Siri, bless you. ਪ੍ਰਭੂ ਦੀ ਵਡਿਆਈ ਹੋਵੇ। ਪਰਮੇਸ਼ਰ Yep. ਦਾ ਧੰਨਵਾਦ ਤੇ ਸ਼ੁਕਰ Amen. ਕਰਦੇ ਆ ਉਹਦੀ ਕਿਰਪਾ ਵਾਸਤੇ, ਉਹਦੇ ਪਿਆਰ ਵਾਸਤੇ, ਉਹਦੇ ਰਹਿਮ ਵਾਸਤੇ, Yes. ਕਿਉਂਕਿ ਸੱਚਮੁੱਚ ਉਹਦੀ ਕਿਰਪਾ ਦੇ ਨਾਲ ਅੱਜ ਆਪਾਂ ਫੇਰ ਇੱਕ ਦੂਏ ਦੇ ਨਾਲ ਮਿਲ ਸਕਦੇ ਹਾਂ ਤੇ ਇਸ ਜੀਵਨ ਦੇ ਵਿੱਚ ਆਪਣਾ ਜੀਵਨ ਰਹਿ ਸਕਦੇ ਹਾਂ। Amen. ਇਹ ਲਾਈਟ ਦੀ ਗੱਲ ਨਹੀਂ ਹੈਗੀ ਕਿ ਆਪਾਂ ਪ੍ਰਭੂ ਨੂੰ ਪਿਤਾ ਕਹਿ ਸਕਦੇ ਹਾਂ, ਪਿਤਾ ਪਰਮੇਸ਼ਰ ਨੂੰ ਕਹਿ ਸਕਦੇ ਜਿਹੜਾ ਇਸ ਦੁਨੀਆ ਨੂੰ ਸਾਜਣਹਾਰ ਵਾ। Mhm. ਉਹ ਇਸੇ ਕਰਕੇ ਕਹਿ ਸਕਦੇ ਹਾਂ ਕਰਕੇ ਯਿਸੂ ਮਸੀਹ ਜੀ ਨੇ ਸਾਡਾ ਟੁੱਟਾ ਰਿਸ਼ਤਾ Amen. ਪਿਤਾ ਦੇ ਨਾਲ ਜੋੜ ਦਿੱਤਾ, ਆਪਣਾ ਸਾਰਾ ਕੁਝ ਖਾਲੀ ਕਰਕੇ ਬਲੀਦਾਨ ਕਰਕੇ ਸਾਡੇ ਲਈ ਕ੍ਰਾਸ ਦੇ ਉੱਤੇ ਚੜ੍ਹ ਗਿਆ। Yeah. ਤਾਂ ਕਿ ਸਾਡਾ ਜਿਹੜਾ ਰਿਸ਼ਤਾ ਟੁੱਟ ਗਿਆ ਸੀ ਪਿਤਾ ਨਾਲੋਂ ਤੇ ਉਹ ਮੁੜ ਕੇ ਜੁੜ ਸਕੇ। Amen. ਸੋ That's ਅਸੀਂ right. ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਡੇ ਲਈ ਇਹ ਸਕੀਮ ਰੱਖੀ ਤੇ ਯਿਸੂ ਮਸੀਹ ਜੀ ਦਾ ਧੰਨਵਾਦ ਕਰਦੇ ਹਾਂ ਕਿ ਉਹ ਆਪਣੇ ਪਿਤਾ ਦੇ ਆਖੇ ਲੱਗ ਕੇ ਤੇ ਸਾਡੇ ਵਾਸਤੇ ਏਡੀ ਵੱਡੀ ਕੁਰਬਾਨੀ ਦਿੱਤੀ। ਪਵਿੱਤਰ ਆਤਮਾ ਜੀ ਦਾ ਧੰਨਵਾਦ ਕਰਦੇ ਹਾਂ ਜੋ ਆਪਾਂ ਨੂੰ ਬੁੱਧ ਅਕਲ ਦਿੰਦੇ ਆ, ਸਾਡੀ ਮਦਦ ਕਰਦੇ ਆ, ਜੋ ਸਾਨੂੰ ਰਾਹ ਦੱਸਦੇ ਆ। ਸੋ ਅਸੀਂ ਉਹਨਾਂ ਤਿੰਨਾਂ ਨੂੰ ਹੀ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਆ। ਉਹਦੀ ਹਜ਼ੂਰੀ ਦੇ ਵਿੱਚ ਤੁਹਾਡਾ ਵੀ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਆ। Amen. ਤੇ ਆਪਾਂ ਸਾਰੇ ਹੀ ਉਹਦੇ ਧੀਆਂ ਪੁੱਤ ਹਾਂ ਤੇ ਜਿਹੜੇ ਹਾਲੇ ਵੀ ਵਿਛੜੇ ਹੋਏ ਆ, ਜਿਨ੍ਹਾਂ ਨੂੰ ਹਾਲੇ ਤੱਕ ਨਹੀਂ ਪਤਾ ਲੱਗਾ, ਉਹ ਵੀ ਅੱਜ ਜਾਣ ਜਾਣ ਕਿ ਯਿਸੂ ਮਸੀਹ ਸਾਨੂੰ ਵੀ ਪਿਆਰ ਕਰਦੇ ਆ। ਯਿਸੂ ਮਸੀਹ ਜੀ ਨੇ ਸਾਡੇ ਲਈ ਵੀ ਇੱਕ ਰਸਤਾ ਤਿਆਰ ਕੀਤਾ ਆਪਣੀ ਕੁਰਬਾਨੀ ਦੇ ਕੇ। ਆਮੇਨ। ਸੋ ਮੈਂ ਉਹਨਾਂ ਲਈ ਵੀ ਭੈਣ ਭਰਾਵਾਂ ਲਈ, ਨੌਜਵਾਨ ਬੱਚਿਆਂ ਲਈ ਪ੍ਰਾਰਥਨਾ ਕਰਦੀ ਹਾਂ ਕਿ ਅੱਜ ਉਹਨਾਂ ਦੀ ਵੀ ਅਕਲ ਨੂੰ ਪਰਮੇਸ਼ਰ ਜੀ ਖੋਲ੍ਹਣ, ਅੱਖਾਂ ਨੂੰ ਖੋਲ੍ਹਣ ਤਾਂ ਕਿ ਉਹ ਵੀ ਉਹਨਾਂ ਨੂੰ ਕਬੂਲ ਕਰ ਸਕਣ। Yep. ਤੇ ਅਸੀਂ ਸਵਰਗਦੂਤਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਆਪਣੇ ਚਾਰ ਚੁਫੇਰੇ ਰਹਿੰਦੇ ਆ, ਸਾਡੀ ਰਾਖੀ ਕਰਦੇ ਆ, ਪਰਮੇਸ਼ਰ ਦੇ ਵਚਨ ਨੂੰ ਸੁਣ ਕੇ ਤੇ ਉਹਨੂੰ ਪੂਰਾ ਕਰਦੇ ਪੂਰਾ ਆ। ਕਰਦੇ ਆਖੇ ਲੱਗਦੇ ਆ। That's ਸੋ right. ਸਾਡੇ ਮੂੰਹ ਦੇ ਵਿੱਚ ਪਰਮੇਸ਼ਰ ਦੇ ਪਿਤਾ ਦੇ ਅੱਖਰ ਹੋਣੇ ਚਾਹੀਦੇ ਆ ਤਾਂ ਕਿ ਸਵਰਗਦੂਤਾਂ ਦੇ ਕੋਲ ਕੋਈ ਕੰਮ ਹੋਵੇ ਜਿਹੜਾ ਅਸੀਂ ਉਹਨਾਂ ਨੂੰ ਕਰਨ ਨੂੰ ਕਹਿੰਦੇ ਆ। ਆਮੇਨ। Yep. ਤੇ ਉਹਦੇ ਹੱਥ ਦੇ ਵਿੱਚ ਆਪਣਾ ਜੀਵਨ ਆ, ਪਿਤਾ ਪਰਮੇਸ਼ਰ ਦੇ ਹੱਥ ਵਿੱਚ। ਸੋ ਆਪਾਂ ਡਰਨਾ ਨਹੀਂ, ਆਪਾਂ ਘਬਰਾਉਣਾ ਨਹੀਂ, ਆਪਾਂ ਸ਼ਾਂਤੀ ਦੇ ਵਿੱਚ ਬੈਠ ਕੇ ਤੇ ਉਹਦਾ ਧੰਨਵਾਦ ਕਰਨਾ ਤੇ ਉਹਦੇ ਵਚਨਾਂ ਨੂੰ ਅੱਜ ਸੁਣਨਾ ਹੈ। ਸੋ ਜਦੋਂ ਤੁਸੀਂ ਬੈਠੇ ਆ, ਤੁਸੀਂ ਵੀ ਇੱਕ ਕੰਮ ਕਰਨਾ ਆ, ਇਕੱਲੇ ਬੈਠਣਾ ਹੀ ਨਹੀਂ, ਕਿਉਂਕਿ ਤੁਹਾਡੀ ਵੀ ਬਹੁਤ ਖਾਸ ਜ਼ਰੂਰਤ ਹੈ ਇਸ ਮਿਨਿਸਟਰੀ ਦੇ ਵਿੱਚ। ਕਿਉਂਕਿ ਇਹ ਮਿਨਿਸਟਰੀ ਇੱਕ ਜਣੇ ਦੀ ਨਹੀਂ, ਪਰਮੇਸ਼ਰ ਨੇ ਆਪਾਂ ਸਾਰਿਆਂ ਨੂੰ ਇੱਕ ਹੁਕਮ ਦਿੱਤਾ ਕਿ ਦੁਨੀਆ ਦੇ ਵਿੱਚ ਜਾ ਕੇ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰੋ। Amen. ਤੇ ਤੁਸੀਂ ਹੁਣ ਆਹ ਜਿਹੜਾ ਲਿੰਕ ਆ ਇਹ ਦੂਸਰਿਆਂ ਤੱਕ ਪਹੁੰਚਾਉਣਾ ਆ ਤੇ ਜਿਨ੍ਹਾਂ ਤੱਕ ਪਹੁੰਚਦਾ ਆ, ਮੈਂ ਉਹਨਾਂ ਲਈ ਵੀ ਰਿਕੁਐਸਟ ਕਰਦੀ ਹਾਂ ਪਲੀਜ਼ ਇਗਨੋਰ ਨਹੀਂ ਕਰਨਾ, ਉਹਨੂੰ ਜ਼ਰੂਰ ਸੁਣਨਾ ਆ ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਕਿਹੜੇ ਟਾਈਮ ਤੇ ਕਿਹੜਾ ਵਚਨ ਸਾਡੇ ਨਾਲ ਗੱਲ ਕਰ ਸਕਦਾ ਹੈ Amen. ਤੇ ਕਿਹੜੇ ਵੇਲੇ ਜਦੋਂ ਅਸੀਂ ਕਿਸੇ ਨੂੰ ਲਿੰਕ ਭੇਜਦੇ ਹਾਂ ਤੇ ਉਹਨਾਂ ਦੀ ਮਦਦ ਕਿੱਦਾਂ ਹੋ ਸਕਦੀ ਆ। ਸੋ ਇਸ ਕਰਕੇ ਪ੍ਰਭੂ ਦਾ ਵਚਨ ਦੱਸਦਾ ਤੂੰ ਹਰ ਵੇਲੇ ਬੀਜੀ ਚੱਲ। ਆਪਾਂ ਬੀਜੀ ਜਾਣਾ ਤੇ ਪ੍ਰਭੂ ਨੇ ਉਹਨੂੰ ਫਲਦਾਰ ਕਰਨਾ ਹੈ। ਸੋ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ, ਤੁਹਾਨੂੰ ਬਹੁਤ ਪਿਆਰ ਵੀ ਕਰਦੇ ਆ। ਤੁਹਾਡੇ ਨਾਲ ਦੇਖਣ ਦੇ ਨਾਲ, ਰਲਣ ਦੇ ਨਾਲ ਅਸੀਂ ਬਹੁਤ ਖੁਸ਼ ਹੁੰਦੇ ਆ ਤੇ ਫਿਰ ਇਹ ਵੀ ਗੱਲ ਕਰਦੇ ਆ ਕਿ ਜਿੰਨੀ ਸਾਨੂੰ ਪਰਮੇਸ਼ਰ ਨੇ ਨੌਲੇਜ ਦਿੱਤੀ ਆ ਜਾਂ ਬੁੱਧ ਦਿੱਤੀ, ਅਸੀਂ ਉਹਦੇ ਹਿਸਾਬ ਨਾਲ ਹੀ ਤੁਹਾਨੂੰ ਵਚਨ ਵੰਡ ਸਕਦੇ ਹਾਂ। ਕੋਈ ਕੰਪੀਟੀਸ਼ਨ ਦੇ ਵਿੱਚ ਨਹੀਂ ਹੈਗੇ। ਬਹੁਤ ਜਣੇ ਹੈਗੇ ਆ, ਭਾਵੇਂ ਉਹ ਸਾਡੇ ਨਾਲੋਂ ਨੌਜਵਾਨ ਹੀ ਕਿਉਂ ਨਾ ਹੋਣ, ਜਿਨ੍ਹਾਂ ਦੇ ਕੋਲ ਬਹੁਤ ਸਾਰੀ ਸਾਡੇ ਨਾਲੋਂ ਜ਼ਿਆਦਾ ਪ੍ਰਭੂ ਨੇ ਉਹਨਾਂ ਨੂੰ ਵੀ ਸਮਝ ਦਿੱਤੀ ਆ, ਪਰ ਆਪਾਂ ਆਪਣੇ ਆਪਣੇ ਸ਼ੂਆਂ ਦੇ ਵਿੱਚ ਹੀ ਰਹਿਣਾ ਆ। ਜਿੱਥੇ ਪ੍ਰਭੂ ਨੇ ਸਾਨੂੰ ਰੱਖਿਆ ਸੀ ਉਹਦੇ ਵਿੱਚ ਰਹੀਏ ਤੇ ਜਿੱਥੇ ਤੁਹਾਨੂੰ ਰੱਖਿਆ ਤੁਸੀਂ ਉਹ ਪ੍ਰਭੂ ਦਾ ਕੰਮ ਕਰਨਾ। ਪਰ ਆਪਾਂ ਕਿਸੇ ਦੇ ਉੱਤੇ ਗਿਲਾ ਨਹੀਂ ਕਰਦੇ, ਕਿਸੇ ਦੇ ਨਾਲ ਤੋਹਮਤਾਂ ਨਹੀਂ ਲਾਉਂਦੇ, ਪਰ ਪ੍ਰਭੂ ਦਾ ਧੰਨਵਾਦ ਕਰਦੇ ਕਿ ਜਿੱਦਾਂ ਜਿੱਦਾਂ ਉਹਨੇ ਜਿਹੜੇ ਜਿਹੜੇ ਕੰਮ ਲਈ ਚੁਣਿਆ ਤੇ ਵੰਡਿਆ ਉਹਦੇ ਵਿੱਚ ਆਪਾਂ ਵਫਾਦਾਰ ਰਹੀਏ। ਸੋ ਸਾਡਾ ਕਿਸੇ ਨਾਲ ਕੰਪੀਟੀਸ਼ਨ ਨਹੀਂ। ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਕਿ ਆਹ ਵਚਨ ਜੋ ਅੱਜ ਬੋਲਿਆ ਜਾਵੇ ਬਹੁਤ ਸਾਰੇ ਮੇਰੇ ਭੈਣ ਭਰਾ ਨੌਜਵਾਨ ਬੱਚੇ ਇਹਦੇ ਤੋਂ ਬਰਕਤ ਪਾਉਣ। ਇਸ ਕਰਕੇ ਨਹੀਂ ਕਰਕੇ ਅਸੀਂ ਬੋਲਦੇ ਹਾਂ, ਕਰਕੇ ਪਿਤਾ ਪਰਮੇਸ਼ਰ ਦਾ ਜਿਹੜਾ ਵਚਨ ਆ, ਜਿਹੜੀ ਚਿੱਠੀ ਆ,
ਉਹ ਸੱਚਾਈ ਆ ਤੇ ਇਹ ਫਲਦਾਰ ਹੋਣਾ ਹੈ। ਆਮੇਨ। ਸੋ ਪ੍ਰਭੂ ਦਾ ਧੰਨਵਾਦ ਤੇ ਸ਼ੁਕਰ ਕਰਦੇ ਹਾਂ। ਅੱਜ ਆਪਾਂ ਹੁਣ ਰਸੂਲਾਂ ਦੇ ਕੰਮ ਦੇ ਵਿੱਚੋਂ ਜਿਹੜੇ ਐਕਟਸ ਜਿਹਨੂੰ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਉਹਦਾ ਤੀਸਰਾ ਚੈਪਟਰ ਜਾਣੀ ਕਿ 3rd ਚੈਪਟਰ ਤੇ 1 ਤੋਂ ਲੈ ਕੇ 7 ਆਇਤ ਤੱਕ ਪੜਾਂਗੇ। ਰਸੂਲਾਂ ਦੇ ਕੰਮ ਤੀਜਾ ਚੈਪਟਰ 1 ਤੋਂ ਲੈ ਕੇ 7 ਤੱਕ ਆਪਾਂ ਪੜ੍ਹਦੇ ਹਾਂ। ਐਕਟਸ ਚੈਪਟਰ 3 verse 1 till 7। That's right. ਇੱਥੇ ਬਹੁਤ ਕਾਮਨ ਕਹਾਣੀ ਆ ਤੇ ਬਹੁਤ ਸਾਰੇ ਜਾਣਦੇ ਆ ਤੇ ਬਹੁਤ ਸਾਰੇ ਨਹੀਂ ਵੀ ਜਾਣਦੇ ਹੋ ਸਕਦੇ। ਸੋ ਇਸ ਕਰਕੇ ਆਪਾਂ ਇਹ ਨਹੀਂ ਦੇਖਣਾ ਮੈਨੂੰ ਪਤਾ ਹੁਣ ਮੈਂ ਬੰਦ ਕਰ ਦੇਣੀ ਆ ਵੀਡੀਓ। ਇਹਦੇ ਤੋਂ ਹੋਰ ਤਰ੍ਹਾਂ ਵੀ ਪ੍ਰਭੂ ਆਪਣੇ ਨਾਲ ਗੱਲਾਂ ਕਰ ਸਕਦੇ ਆ। ਇੱਥੇ ਲਿਖਿਆ ਜਮਾਂਦਰੂ ਲੰਗੇ ਦਾ ਚੰਗਾ ਹੋਣਾ। ਪਤਰਸ ਅਤੇ ਯਹੋਨਾ ਪ੍ਰਾਰਥਨਾ ਕਰਨ ਦੇ ਵੇਲੇ ਤੀਏ ਪਹਿਰ ਹੈਕਲ ਨੂੰ ਚਲੇ ਜਾਂਦੇ ਸਨ ਅਤੇ ਲੋਕ ਇੱਕ ਜਮਾਂਦਰੂ ਲੰਗੇ ਨੂੰ ਚੁੱਕੀ ਲਈ ਜਾਂਦੇ ਸਨ ਜਿਹਨੂੰ ਰੋਜ਼ ਹੈਕਲ ਦੇ ਫਾਟਕ ਦੇ ਕੋਲ ਜਿਹੜਾ ਸੋਹਣਾ ਸੱਦੀਦਾ ਹੈ ਬਹਾਲ ਦਿੰਦੇ ਸਨ। ਫਿਰ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਪਿੱਛੇ ਮੰਗੇ। ਜਾਂ ਉਹਨੇ ਪਤਰਸ ਅਤੇ ਯਹੋਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤਾਂ ਉਹਨਾਂ ਤੋਂ ਪਿੱਛੇ ਮੰਗੀ। ਤਦੋਂ ਪਤਰਸ ਨੇ ਯਹੋਨਾ ਦੇ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ ਕਿ ਸਾਡੀ ਵੱਲ ਵੇਖ। ਤਾਂ ਉਹਨੇ ਉਹਨਾਂ ਕੋਲੋਂ ਕੁਝ ਲੱਭਣ ਦੀ ਆਸਾ ਕਰਕੇ ਉਹਨਾਂ ਵੱਲ ਧਿਆਨ ਕੀਤਾ। ਪਰ ਪਤਰਸ ਨੇ ਆਖਿਆ ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ। ਤਾਂ ਉਸਨੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਉਠਾ ਲਿਆ। ਉਸੇ ਵੇਲੇ ਉਹਦੇ ਪੈਰ ਔਰ ਗਿੱਟੇ ਤਕੜੇ ਹੋ ਗਏ। ਆਮੇਨ। ਸੋ ਪ੍ਰਭੂ ਦੀ ਵਡਿਆਈ ਹੋਵੇ। ਯਿਸੂ ਮਸੀਹ ਦੇ ਨਾਮ ਦੇ ਵਿੱਚ ਇੰਨੀ ਸ਼ਕਤੀ ਹੈ। ਉਸੇ ਵੇਲੇ ਉਹਦੇ ਗਿੱਟੇ ਤਕੜੇ ਹੋ ਗਏ। ਆ ਜਾਓ ਆਪਾਂ ਆਪਣੇ ਸਿਰਾਂ ਨੂੰ ਝੁਕਾਈਏ ਤੇ ਸਾਰੇ ਕੰਮਾਂ ਤੋਂ ਬੇਲ ਕੱਢ ਕੇ ਸ਼ਾਂਤੀ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਚੱਲੀਏ ਤੇ ਉਹਦੇ ਸਿਰ ਆਪਾਂ ਝੁਕਾਉਂਦੇ ਹਾਂ ਤੇ ਪ੍ਰਾਰਥਨਾ ਕਰਦੇ ਹਾਂ, ਉਹਨੂੰ ਵੈਲਕਮ ਕਰਦੇ। ਸੱਚੇ ਪਿਤਾ ਪ੍ਰਭੂ ਜੀ ਜੋ ਸਵਰਗਾਂ ਦੇ ਵਿੱਚ ਆ, ਜੋ ਸਾਨੂੰ ਬਣਾਉਣ ਵਾਲਾ, ਜੋ ਇਸ ਦੁਨੀਆ ਨੂੰ ਬਣਾਉਣ ਵਾਲਾ, ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਅੱਜ ਆਉਂਦੇ ਹਾਂ ਔਰ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਹ ਦਿਨ ਦਿੱਤਾ, ਇਹ ਮੌਕਾ ਦਿੱਤਾ ਜਿੱਥੇ ਅਸੀਂ ਬੈਠ ਕੇ ਤੁਹਾਡੇ ਪਿਆਰ ਦੀਆਂ ਗੱਲਾਂ, ਤੁਹਾਡੀ ਬਰਕਤ ਦੀਆਂ ਗੱਲਾਂ, ਤੁਹਾਡੇ ਰਾਹ ਅਸੀਂ ਆਪਣੇ ਜੀਵਨ ਦੇ ਵਿੱਚ ਜਾਣ ਲਈਏ। ਸੋ ਪ੍ਰਭੂ ਜੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ। ਤੁਸੀਂ ਸਾਡੇ ਲਈ ਇੱਕ ਰਾਹ ਵੀ ਤਿਆਰ ਕੀਤਾ, ਉਹ ਹੈਗਾ ਯਿਸੂ ਮਸੀਹ। ਧੰਨਵਾਦ ਤੇ ਸ਼ੁਕਰ ਕਰਦੇ ਉਹਨਾਂ ਦੇ ਜੀਵਨ ਵਾਸਤੇ ਜੋ ਉਹਨਾਂ ਨੇ ਸਾਡੇ ਵਾਸਤੇ ਇਹ ਜੀਵਨ ਦਿੱਤਾ ਔਰ ਸਾਨੂੰ ਤੁਹਾਡੇ ਨਾਲ ਜੋੜ ਦਿੱਤਾ। ਸੋ ਪਿਤਾ ਜੀ ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ ਔਰ ਅੱਜ ਪ੍ਰਾਰਥਨਾ ਕਰਦੇ ਹਾਂ ਕਿ ਜਿੰਨੇ ਵੀ ਅਸੀਂ ਅੱਜ ਇਕੱਠੇ ਬੈਠੇ ਹਾਂ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਦੇਖਣਾ ਆ, ਪ੍ਰਭੂ ਜੀ ਤੁਸੀਂ ਉਹਨਾਂ ਦੇ ਦਿਲਾਂ ਦੇ ਵਿੱਚ ਕੰਮ ਕਰਨਾ, ਉਹਨਾਂ ਦੇ ਦਿਲਾਂ ਨੂੰ ਖਾਲੀ ਕਰਨਾ ਤਾਂ ਕਿ ਪਿਤਾ ਪ੍ਰਭੂ ਜੀ ਉਹ ਤੁਹਾਡੇ ਵਚਨ ਨੂੰ ਅੰਦਰ ਲੈ ਸਕਣ ਔਰ ਵੈਰੀ ਉਸ ਵਚਨ ਨੂੰ ਕਿਸੇ ਤਰ੍ਹਾਂ ਵੀ ਚਰਾ ਨਾ ਸਕੇ ਪਰ ਹਮੇਸ਼ਾ ਤੱਕ ਉਹ ਫਲਦਾਰ ਹੋਵੇ। ਅਸੀਂ ਧੰਨਵਾਦ ਤੇ ਸ਼ੁਕਰ ਕਰਦੇ, ਅਸੀਂ ਮੰਗਦੇ ਹਾਂ ਕਿ ਤੁਹਾਡਾ ਮਸਾ ਸਾਡੇ ਸਾਰਿਆਂ ਤੇ ਆਵੇ। ਪਵਿੱਤਰ ਆਤਮਾ ਜੀ ਤੁਸੀਂ ਆਓ ਤੇ ਸਾਡੀ ਸਾਰਿਆਂ ਦੀ ਮਦਦ ਤੇ ਸਹਾਇਤਾ ਕਰੋ, ਬੋਲਣ ਵਿੱਚ, ਸੁਣਨ ਵਿੱਚ ਤੇ ਸਮਝਣ ਦੇ ਵਿੱਚ ਤੇ ਸਮਝਾਉਣ ਦੇ ਵਿੱਚ, ਤਾਂ ਕਿ ਸਾਰਾ ਜਲਾਲ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਤੇ ਪਿਤਾ ਪਰਮੇਸ਼ਰ ਨੂੰ ਆਵੇ ਤੇ ਸਾਡੇ ਲੋਕਾਂ ਦੀ ਸਾਡੀ ਮਦਦ ਹੋ ਸਕੇ ਕਿ ਅਸੀਂ ਤੁਹਾਡੇ ਲਾਗੇ ਹੋਰ ਚੰਗੀ ਤਰ੍ਹਾਂ ਆ ਸਕੀਏ। ਅਸੀਂ ਇਹ ਸਭ ਕੁਝ ਆਪਣੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦੇ ਤੇ ਪਾਉਂਦੇ ਹਾਂ। ਆਮੇਨ। Amen. Amen. God bless. Thank you. ਆਪਾਂ ਫੇਰ ਇੱਕ ਵਾਰੀ ਪ੍ਰਭੂ ਦੀ ਹਜ਼ੂਰੀ ਵਿੱਚ ਬੈਠੇ ਹਾਂ ਤੇ ਪਿਛਲੇ ਹਫ਼ਤੇ ਆਪਾਂ ਸ਼ੁਰੂ ਕੀਤਾ ਸੀਗਾ ਦੇਖਣ ਨੂੰ ਵੀ ਇੱਕ ਚਾਬੀ, ਇੱਕ ਕੁੰਜੀ ਪਰਮੇਸ਼ਰ ਸਾਨੂੰ ਦੇ ਗਿਆ ਤੇ ਉਹ ਬਹੁਤ ਸ਼ਕਤੀ ਵਾਲੀ ਆ, ਸਾਰੀਆਂ ਡੋਰਾਂ ਖੋਲ ਦਿੰਦੀ ਆ। ਤੇ ਆਪਾਂ ਪਿਛਲੀ ਵੀਕ ਦੇਖਿਆ ਸੀ ਉਹ ਜਿਹੜੀ ਚਾਬੀ ਆ, ਉਹ ਜਿਹੜੀ ਕੁੰਜੀ ਆ, ਉਹ ਜੀਸਸ ਦਾ ਨਾਂ ਆ ਤੇ ਉਹਦੇ ਵਿੱਚ ਬਹੁਤ ਸ਼ਕਤੀ ਆ, ਬਹੁਤ ਪਾਵਰ ਆ ਤੇ ਉਹਦੇ ਬਾਰੇ ਆਪਾਂ ਦੇਖ ਰਹੇ ਹਾਂ। ਤੇ ਇੱਥੇ ਆਪਾਂ ਜੋ ਕਹਾਣੀ ਦੇਖ ਕੇ ਹਟੇ ਆ ਇਹਦੇ ਵਿੱਚ ਵੀ ਸਾਡੀ
ਆਪਾਂ ਸਿੱਖਦੇ ਹਾਂ। ਪਰ ਜਿੰਨੇ ਤੁਸੀਂ ਇਸ ਵੇਲੇ ਸੁਣ ਰਹੇ ਆ, ਹੋ ਸਕਦਾ ਤੁਸੀਂ ਕਿਸੇ ਮੁਸੀਬਤ ਵਿੱਚ ਦੀ ਜਾ ਰਹੇ ਆ ਤੇ ਤੁਹਾਨੂੰ ਮਿਰਕਲ ਦੀ ਲੋੜ ਆ ਤੇ ਹੋਰ ਕੋਈ ਰਾਹ ਹੈ ਨਹੀਂਗਾ। ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ, ਤੁਹਾਡੇ ਕੋਲ ਯਿਸੂ ਮਸੀਹ ਦਾ, ਜੀਸਸ ਦਾ ਨਾਮ ਹੈਗਾ ਆ, ਜਿਹੜਾ ਤੁਸੀਂ ਵਰਤ ਸਕਦੇ ਆ ਤੇ ਫਤਿਹ ਪਾ ਸਕਦੇ ਆ। ਸੋ ਆਪਾਂ ਦੇਖਦੇ ਆ ਬਈ ਇੱਥੇ ਆਪਾਂ ਜਿਹੜੀ ਕਹਾਣੀ ਆਪਣੇ ਵਾਸਤੇ ਅੱਜ ਪੜ੍ਹੀ ਗਈ ਹੈ ਬਾਈਬਲ ਵਿੱਚੋਂ, ਦ ਬੁੱਕ ਆਫ ਐਕਟਸ ਚੈਪਟਰ 3 ਵਰਸ 1 to 7, ਤੇ ਇੰਨੀ ਕਹਾਣੀ ਨਹੀਂ ਹੈਗੀ, ਕਹਾਣੀ ਗਾਹਾਂ ਹੋਰ ਵੀ ਹੈ ਇਹਦੇ ਨਾਲ। ਓਕੇ, ਮੈਂ ਥੋੜ੍ਹੀ ਥੋੜ੍ਹੀ ਉਹਦੇ ਵਿੱਚੋਂ ਦੱਸਦਾ ਆ। ਸੋ ਇੱਥੇ ਆਪਾਂ ਦੇਖਦੇ ਆ ਜਿਹੜੀ ਕਹਾਣੀ ਇੱਦਾਂ ਆ, ਪਤਰਸ ਤੇ ਯਹੂਨਾ ਹੈਕਲ ਨੂੰ ਜਾ ਰਹੇ ਆ, ਪਰ ਬਾਟੇ ਗੇਟ ਦੇ ਉੱਤੇ ਇੱਕ ਲੰਗਾ ਬੈਠਾ ਜਾਂ ਇੱਕ ਜਮਾਂਦਰੂ ਆਦਮੀ ਬੈਠਾ ਜਿਹੜਾ ਕਦੇ ਵੀ ਤੁਰ ਨਹੀਂ ਸਕਿਆ। ਬਾਈਬਲ ਦੱਸਦੀ ਉਹ 40 ਸਾਲਾਂ ਦਾ ਸੀਗਾ ਤੇ ਉਹਦੇ ਜਿਹੜੇ ਰਿਸ਼ਤੇਦਾਰ ਸੀ ਉਹ ਸਵੇਰ ਨੂੰ ਉਹਨੂੰ ਗੇਟ ਦੇ ਮੂਹਰੇ ਬਿਠਾ ਜਾਂਦੇ ਆ, ਤੇ ਫਿਰ ਜਦੋਂ ਲੋਕੀ ਉਹ ਗੇਟ ਵਿੱਚ ਹੀ ਲੰਘਦੇ ਆ ਤਾਂ ਉਹਦੇ ਜੋ ਵੀ ਪਿਆਲਾ ਉਹਦੇ ਹੱਥ ਵਿੱਚ ਆ ਉਹ ਫਿਰ ਉਹਨਾਂ ਦੇ ਮੂਹਰੇ ਕਰਦਾ ਆ ਤੇ ਉਹਨਾਂ ਦੇ ਕੋਲੋਂ ਭੀਖ ਮੰਗਦਾ, ਪੈਸੇ ਮੰਗਦਾ ਆ ਬਈ ਉਹਦਾ ਕੁਛ ਗੁਜ਼ਾਰਾ ਹੋਵੇ। ਇੱਦਾਂ ਉਹ ਆਪਣਾ ਗੁਜ਼ਾਰਾ ਕਰਦਾ ਆ। ਜਦੋਂ ਪੀਟਰ ਤੇ ਯਹੂਨਾ ਲੰਘਣ ਲੱਗੇ ਆ, ਉਹਨਾਂ ਦੇ ਕੋਲੋਂ ਵੀ ਮੰਗਣ ਲੱਗਾ। ਤੇ ਪਤਰਸ ਨੇ ਬਹੁਤ ਅਜੀਬ ਜਵਾਬ ਦਿੱਤਾ ਤੇ ਆਪਾਂ ਨੂੰ ਦੇਖਣ ਦੀ ਜ਼ਰੂਰਤ ਆ। ਉਹ ਜਵਾਬ ਕੀ ਸੀਗਾ? ਪਤਰਸ ਕਹਿੰਦਾ, ਸੋਨਾ ਤੇ ਚਾਂਦੀ ਸਾਡੇ ਕੋਲ ਹੈ ਨਹੀਂ। ਉਸ ਜ਼ਮਾਨੇ ਦੇ ਵਿੱਚ ਜਿਹੜੀਆਂ ਕੋਇਨਸ ਹੁੰਦੇ, ਜਿਹੜੇ ਪੈਸੇ ਹੁੰਦੇ ਸੀਗੇ, ਉਹ ਸੋਨਾ ਜਾਂ ਚਾਂਦੀ ਦੇ ਬਣੇ ਹੁੰਦੇ ਸੀ। ਤੇ ਉਹ ਕਹਿੰਦਾ ਸੋਨਾ ਜਾਂ ਚਾਂਦੀ ਮੇਰੇ ਕੋਲ ਹੈ ਨਹੀਂ, ਪਰ ਜੋ ਕੁਛ ਮੇਰੇ ਕੋਲ ਹੈਗਾ ਉਹ ਮੈਂ ਤੈਨੂੰ ਦੇਣਾ ਹੈ। ਫਿਰ ਆਪਾਂ ਸਵਾਲ ਇੱਥੇ ਪੁੱਛਦੇ ਹਾਂ, ਪਤਰਸ ਦੇ ਕੋਲ ਕੀ ਸੀਗਾ? ਸੋਨਾ ਤਾਂ ਚਾਂਦੀ ਕਹਿੰਦਾ ਹੈ ਨਹੀਂ, ਪਰ ਜੋ ਹੈਗਾ ਮੈਂ ਦਿੰਦਾ। ਉਹ ਕੀ ਸੀਗਾ? ਉਹ ਜੀਸਸ ਦਾ ਨਾਮ। ਸੋ ਸੱਚੀ ਉਹ ਆਪਾਂ ਇੱਥੇ 6ਵੀਂ ਆਇਤ ਦੇ ਵਿੱਚ ਕਹਿੰਦਾ, ਪੜ੍ਹਿਓ ਤਾਂ 6ਵੀਂ ਆਇਤ 'ਚ, 5ਵੀਂ ਤੇ 6ਵੀਂ ਆਇਤ, ਤੀਸਰੇ ਚੈਪਟਰ ਦੀ ਰਸੂਲਾਂ ਦੇ ਕੰਮ। ਹਾਂਜੀ ਤੀਸਰਾ ਚੈਪਟਰ ਦੀ 5ਵੀਂ ਤੇ 6ਵੀਂ ਆਇਤ ਆਪਾਂ ਪੜ੍ਹਦੇ ਹਾਂ। ਤਾਂ ਉਹਨੇ ਉਹਨਾਂ ਕੋਲੋਂ ਕੁਝ ਲੱਭਣ ਦੀ ਆਸਾ ਕਰਕੇ ਉਹਨਾਂ ਵੱਲ ਧਿਆਨ ਕੀਤਾ, ਪਰ ਪਤਰਸ ਨੇ ਆਖਿਆ, ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ, ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਪੈ। ਆਮੀਨ। ਯਿਸੂ ਮਸੀਹ ਨਾਸਰੀ ਦੇ ਨਾਂ ਦੇ ਵਿੱਚ ਉੱਠ ਤੁਰ ਪਿਆ। ਸੋ ਫਿਰ ਉਹਨੇ ਉਹਨੂੰ ਹੱਥ ਪਾ ਕੇ, ਉਹਦਾ ਹੱਥ ਫੜ ਕੇ ਉਹਨੂੰ ਖਿੱਚ ਲਿਆ ਤੇ ਉਹਨੂੰ ਪੈਰਾਂ ਤੇ ਖੜਾ ਕਰ ਦਿੱਤਾ। ਤੇ ਉਹ ਫਿਰ ਬਾਈਬਲ ਦੱਸਦੀ ਆ, ਉਹ ਟਪੂਸੀਆਂ ਮਾਰਦਾ, ਛਾਲਾਂ ਮਾਰਦਾ, ਉਹਨਾਂ ਦੇ ਨਾਲ ਹੈਕਲ ਵਿੱਚ ਨੂੰ ਜਾਂਦਾ ਆ। ਸੋ ਦੇਖੋ, ਇਹ ਜਿਹੜੀ ਮਿਰਕਲ ਸੀ, ਇਹ ਪਹਿਲੀ ਪਤਰਸ ਨੇ ਕੀਤੀ ਸੀ ਯਿਸੂ ਮਸੀਹ ਦੇ ਮਰਦੇ ਸਵਰਗਾਂ ਤੋਂ ਜਾਣ ਤੋਂ ਬਾਅਦ। ਤੇ ਇੱਥੇ ਕਿੱਦਾਂ ਹੋਈ ਆ? ਕਈ ਵਾਰੀ ਅਸੀਂ ਜੋ ਸੋਚਦੇ ਹਾਂ, ਸਾਨੂੰ ਕਈ ਭੈਣ ਭਰਾਵਾਂ ਦੱਸਾਂ ਜੀ, ਪਤਰਸ ਦੇ ਵਿੱਚ ਸ਼ਕਤੀ ਬਹੁਤ ਸੀ, ਪਤਰਸ ਨੇ ਬਹੁਤ ਭਗਤੀ ਕੀਤੀ ਹੋਈ ਸੀ। ਨਾ, ਆਪਾਂ ਹੁਣ ਹਲੇ ਜੇ ਆਪਾਂ ਦੇਖੀਏ, ਹਲੇ ਥੋੜੇ ਦਿਨ ਹੋਏ ਆ, ਪਤਰਸ ਨੇ ਯਿਸੂ ਮਸੀਹ ਦਾ ਇਨਕਾਰ ਕਰ ਦਿੱਤਾ ਸੀ। ਉਹ ਕਹਿੰਦਾ ਮੈਂ ਨਹੀਂ ਇਹਨੂੰ ਜਾਣਦਾ ਹੈਗਾ, ਤੇ ਉਹ ਜੀਸਸ ਨੂੰ ਛੱਡ ਕੇ ਨੱਠ ਗਿਆ ਸੀ। ਪਰ ਮੁੜ ਕੇ ਫੇਰ ਆ ਕੇ ਤੋਬਾ ਕਰਦਾ ਹੈ, ਯਿਸੂ ਮਸੀਹ ਦੇ ਕੋਲੋਂ ਮਾਫੀ ਮੰਗਦਾ ਜਦੋਂ ਮੁਰਦਿਆਂ ਵਿੱਚੋਂ ਜੀ ਉੱਠਦਾ। ਤੇ ਯਿਸੂ ਮਸੀਹ 3 ਵਾਰੀ ਉਹਨੂੰ ਪੁੱਛਦਾ ਆ। ਹਲੇ ਥੋੜੇ ਦਿਨ ਹੋਏ ਆ, ਸੋ ਭਗਤੀ ਕਰਨ ਨੂੰ ਟਾਈਮ ਨਹੀਂ ਮਿਲਿਆ। ਫਿਰ ਜਦੋਂ ਉਹ ਹੈਕਲ ਦੇ ਵਿੱਚ ਜਾਂਦੇ ਆ, ਸਾਰੇ ਪਤਰਸ ਵੱਲ ਦੇਖਦੇ ਆ, ਉਹਨਾਂ ਦੇ ਖਿਆਲ ਦੇ ਵਿੱਚ ਵੀ ਪਤਰਸ ਨੇ ਠੀਕ ਕੀਤਾ ਆ। ਪਤਰਸ ਆਪਣੇ ਮੂੰਹੋਂ ਕਹਿੰਦਾ ਆ, ਉਹ ਕਹਿੰਦਾ ਸਾਡੀ ਭਗਤੀ ਨਾਲ, ਸਾਡੀ ਸ਼ਕਤੀ ਨਾਲ ਠੀਕ ਨਹੀਂ ਹੋਇਆ ਹੈਗਾ, ਪਰ ਜੀਸਸ ਦੇ ਨਾਮ ਦੇ ਨਾਲ। ਸੋ ਇੱਥੇ ਕੀ ਸੀਗਾ, ਕੀ ਪਤਰਸ ਨੇ ਉਹਨੂੰ ਦਿੱਤਾ? ਜੀਸਸ ਦਾ ਨਾਮ। ਫਿਰ ਆਪਾਂ ਦੇਖਦੇ ਹਾਂ, ਜਿਹੜੇ ਉਸ ਟਾਈਮ ਦੇ ਰਿਲੀਜੀਅਸ ਲੀਡਰਸ ਹੁੰਦੇ ਆ, ਉਹ ਸਿਪਾਹੀ ਭੇਜ ਕੇ ਉਹਨਾਂ ਨੂੰ ਯਹੂਨਾ ਤੇ ਪਤਰਸ ਨੂੰ ਫੜ ਲੈਂਦੇ ਆ
ਤੇ ਉਹ ਫਿਰ ਉਹ ਜਾ ਕੇ ਉਹਨਾਂ ਨੂੰ ਸਵਾਲ ਪੁੱਛਦੇ ਆ। ਉਹ ਇਦਾਂ ਤਾਂ ਹੁਣ ਕਹਿ ਨਹੀਂ ਸਕਦੇ ਮਿਰਕਲ ਹੋਈ ਨਹੀਂ। ਮੈਂ ਇੰਟਰਨੈਟ 'ਤੇ ਕਿਸੇ ਦਾ ਸੁਣਦਾ ਸੀ, ਉਹ ਕਹਿੰਦਾ ਮਿਰਕਲਸ ਹੁੰਦੀਆਂ ਨਹੀਂ ਹੈਗੀਆਂ। ਉਹ ਆਪ ਰਿਲੀਜੀਅਸ ਲੀਡਰ ਸੀ। ਉਹ ਕਹਿੰਦਾ ਜੀ ਮਿਰਕਲ ਅੱਜ ਕੱਲ੍ਹ ਨਹੀਂ ਹੁੰਦੀਆਂ ਹੈਗੀਆਂ। ਮੈਂ ਫਿਰ ਸੋਚਦਾ ਆ, ਉਹ ਮਸੀਹ ਨਹੀਂ ਸੀ, ਓਕੇ, ਪਰ ਮੈਂ ਫਿਰ ਸੋਚਦਾ ਆ, ਮੈਂ ਕਹਿੰਦਾ ਵੀ ਤੂੰ ਆਪ ਲੀਡਰ ਬਣਿਆ ਆ, ਲੋਕਾਂ ਨੇ ਤੇਰੇ ਕੋਲ ਆਉਣਾ ਆ, ਉਹਨੇ ਕਹਿਣਾ ਜੀ ਸਾਡੇ ਵਾਸਤੇ ਅਰਦਾਸ ਕਰੋ, ਸਾਡਾ ਪਿਓ, ਸਾਡੀ ਮਾਂ, ਸਾਡਾ ਪੁੱਤ, ਸਾਡਾ ਲੜਕਾ, ਸਾਡੀ ਲੜਕੀ ਬਿਮਾਰ ਆ, ਤੇ ਉਹਨੇ ਅਰਦਾਸ ਉਹਨਾਂ ਵਾਸਤੇ ਕਰਨੀ ਆ, ਪਰ ਉਹ ਆਪ ਬਲੀਵ ਨਹੀਂ ਕਰਦਾ ਹੈਗਾ ਵੀ ਪਰਮੇਸ਼ਵਰ ਮਿਰਕਲਸ ਕਰਦਾ ਆ। ਅੱਜ ਕੱਲ੍ਹ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਆ। ਸੋ ਕੀ ਹੁਣ ਲੋਕਾਂ ਨੇ ਉਹਦੇ ਕੋਲ ਜਾਣਾ ਨਹੀਂ ਹੈਗਾ, ਕਰਕੇ ਉਹਨੇ ਇੰਟਰਨੈਟ 'ਤੇ ਕਢਾਤਾ ਵੀ ਇਹ ਚੀਜ਼ਾਂ ਹੁੰਦੀਆਂ ਨਹੀਂ ਹੈਗੀਆਂ। ਪਰ ਇੱਥੇ ਆਪਾਂ ਦੇਖਦੇ ਹਾਂ ਪਤਰਸ ਦੇ ਕੋਲ ਆਉਂਦਾ ਆ, ਤੇ ਉਹ ਫਿਰ ਜਿਹੜੇ ਰਿਲੀਜੀਅਸ ਲੀਡਰ ਸੀ ਉਹਦੇ ਅਰਗੇ ਹੁਣੇ ਵਿਚਾਰੇ ਉਹਨੂੰ ਫੜ ਕੇ ਉਹਦੇ ਕੋਲ ਲੈ ਜਾਂਦੇ ਆ, ਤੇ ਉਹ ਦੇਖਦੇ ਆ ਇਹ ਆਦਮੀ ਨੂੰ ਅਸੀਂ ਦੇਖਦੇ, ਅਸੀਂ ਵੀ ਹੈਕਲ ਨੂੰ ਜਦੋਂ ਜਾਂਦੇ ਸੀ ਇਹ ਉੱਥੇ ਬੈਠਾ ਹੁੰਦਾ ਸੀ, ਉਹੋ ਹੀ ਆਦਮੀ ਆ। 40 ਸਾਲ ਤੋਂ ਇਹ ਤੁਰ ਨਹੀਂ ਸਕਿਆ। ਹੁਣ ਉਹ ਡਿਨਾਈ ਤਾਂ ਕਰ ਨਹੀਂ ਸਕਦੇ ਹੈਗੇ, ਇੱਦਾਂ ਤਾਂ ਕਹਿ ਨਹੀਂ ਸਕਦੇ ਜੀ ਇਹਨੂੰ ਪੈਸੇ ਦਿੱਤੇ ਹੁਣ ਤੇ ਕਹਿਣ ਲੱਗ ਪਿਆ, ਕਰਕੇ ਉਹਨਾਂ ਨੂੰ ਆਪ ਪਤਾ ਸੀਗਾ ਵੀ ਇਹ ਨਹੀਂ ਤੁਰ ਸਕਦਾ। ਸੋ ਫਿਰ ਉਹ ਪਤਰਸ ਤੇ ਯਹੂਨਾ ਨੂੰ ਪੁੱਛਦੇ ਆ, ਕਹਿੰਦੇ ਵੀ ਕਿੱਦਾਂ ਇਹਨੂੰ ਠੀਕ ਕੀਤਾ, ਕਿਹੜੇ ਨਾਂ ਦੇ ਵਿੱਚ ਤੁਸੀਂ ਠੀਕ ਕੀਤਾ। ਪਤਰਸ ਦੱਸਦਾ ਆ, ਉਹ ਕਹਿੰਦਾ ਜੀਸਸ ਕ੍ਰਾਈਸਟ ਆਫ ਨੈਜ਼ਰਥ, ਜਿਹੜਾ ਯਿਸੂ ਮਸੀਹ, ਉਹਦੇ ਨਾਂ ਦੇ ਵਿੱਚ ਠੀਕ ਕੀਤਾ ਆ। ਫਿਰ ਉਹਨਾਂ ਨੂੰ ਉਹ ਬਹੁਤ ਝਿੜਕਦੇ ਆ, ਉਹ ਕਹਿੰਦੇ ਇਹ ਨਾਂ ਨਹੀਂ ਲੈਣਾ ਹੈਗਾ। ਅੱਜ ਵੀ 2000 ਸਾਲ ਦੀ ਗੱਲ ਆ, ਪਰ ਅੱਜ ਵੀ ਸੇਮ ਹੀ ਚੀਜ਼ ਆ। ਅਸੀਂ ਰੱਬ ਕਹਿ ਕੇ ਜੋ ਮਰਜ਼ੀ ਕਰ ਸਕਦੇ ਹਾਂ, ਪਰ ਜੇ ਅਸੀਂ ਜੀਸਸ ਕਹਿ ਕੇ ਕੀਤਾ ਤੇ ਲੋਕੀ ਗੁੱਸੇ ਹੋ ਜਾਂਦੇ ਆ। ਪਰ ਭੈਣੋ ਤੋਂ ਭਰਾਵੋ, ਸ਼ਕਤੀ ਯਿਸੂ ਮਸੀਹ ਦੇ ਨਾਂ ਦੇ ਵਿੱਚ ਆ, ਸ਼ਕਤੀ ਜੀਸਸ ਦੇ ਨਾਂ ਦੇ ਵਿੱਚ ਆ। ਇੱਥੇ ਆਪਾਂ ਪਾਉਨੇ ਆ। ਹੋਰ ਵੀ ਆਪਾਂ ਅੱਜ ਜੋ 4 ਛਪੇਰੇ ਦੇਖਦੇ ਆ, ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ, ਇੰਡੀਆ ਦੇ ਵਿੱਚ, ਪਾਕਿਸਤਾਨ ਦੇ ਵਿੱਚ, ਹੋਰਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਮਿਰਕਲਸ ਹੋ ਰਹੀਆਂ ਆ, ਇਹ ਸੱਚੀਆਂ ਆ ਤੇ ਜੀਸਸ ਦੇ ਨਾਂ ਦੇ ਵਿੱਚ ਹੋ ਰਹੀਆਂ ਆ। ਮੈਂ ਇੱਦਾਂ ਕਹਿੰਦਾ ਹੁੰਦਾ, ਜਗਦੀਸ਼ ਦੇ ਕੋਲ ਕੋਈ ਸ਼ਕਤੀ ਨਹੀਂ ਹੈਗੀ, ਪਰ ਮੇਰੇ ਕੋਲ ਨਾਂ ਜ਼ਰੂਰ ਹੈਗਾ ਆ, ਯਿਸੂ ਮਸੀਹ ਦਾ ਨਾਂ ਹੈਗਾ ਆ। ਜਦੋਂ ਅਸੀਂ ਉਸ ਨਾਂ ਦੇ ਵਿੱਚ ਨੇਚਾ ਰੱਖ ਕੇ ਉਹ ਬੋਲਦੇ ਹਾਂ ਤੇ ਮਿਰਕਲਸ ਹੁੰਦੀਆਂ ਆ। ਸੋ ਇੱਥੇ ਅਸੀਂ ਦੇਖਦੇ ਹਾਂ ਉਹ ਮਿਰਕਲਸ ਹੋਏ। ਸੋ ਪਤਰਸ ਨੇ ਉਹਨੂੰ ਕੀ ਦਿੱਤਾ? ਜੀਸਸ ਆਫ ਨੈਜ਼ਰਥ, ਉਹਦਾ ਨਾਂ ਦਿੱਤਾ। ਉਹਦੇ ਨਾਂ ਦੇ ਵਿੱਚ ਉਹਨੇ ਸ਼ਿਫਾ ਪਾ ਲਈ। ਸੋ ਜਿੰਨਾ ਮਰਜ਼ੀ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ, ਪਤਰਸ ਤੇ ਯਹੂਨਾ ਨੇ ਇਹ ਨਾਂ ਵਰਤਣੋਂ ਹਟੇ ਨਹੀਂ। ਉਹ ਕਹਿੰਦੇ ਤੁਸੀਂ ਆਪ ਹੀ ਜੱਜਮੈਂਟ ਕਰ ਲਓ ਬਈ ਸਾਨੂੰ ਤੁਹਾਡੇ ਆਖੇ ਲੱਗਣਾ ਚਾਹੀਦਾ ਕਿ ਪਰਮੇਸ਼ਰ ਦੇ ਆਖੇ ਲੱਗਣਾ ਚਾਹੀਦਾ। ਉਹ ਕਹਿੰਦੇ ਅਸੀਂ ਡਿਸਾਈਡ ਕਰ ਲਿਆ, ਅਸੀਂ ਪਰਮੇਸ਼ਰ ਦੇ ਆਖੇ ਲੱਗਣਾ। ਇਸ ਨਾਂ ਦੇ ਵਿੱਚ ਅਸੀਂ ਅਰਦਾਸ ਕਰਦੇ ਹੀ ਰਹਿਣਾ, ਪ੍ਰੇ ਕਰਦੇ ਹੀ ਰਹਿਣਾ, ਇਹਨੂੰ ਨਾਂ ਨੂੰ ਵਰਤਦਾ ਹੀ ਰਹਿਣਾ। ਭੈਣ ਤੋਂ ਭਰਾਵੋ, ਅੱਜ ਮੈਂ ਤੁਹਾਨੂੰ ਦੱਸ ਰਿਹਾ ਹਾਂ ਜਿਹੜੀ ਸ਼ਕਤੀ ਆ ਯਿਸੂ ਮਸੀਹ ਦੇ ਨਾਂ ਦੇ ਵਿੱਚ ਆ ਤੇ ਯਿਸੂ ਮਸੀਹ ਦੇ ਖੂਨ ਦੇ ਵਿੱਚ ਆ। ਸੋ ਅੱਜ ਆਪਾਂ ਦੇਖਣਾ ਆ ਤੇ ਕਿੱਦਾਂ ਅਸੀਂ ਇਸ ਸ਼ਕਤੀ ਪਾ ਸਕਦੇ ਹਾਂ, ਜਿਹੜੀਆਂ ਅਸੀਂ ਮੁਸੀਬਤਾਂ ਵਿੱਚ ਦੀ ਜਾ ਰਹੇ ਹਾਂ ਤੇ ਅਸੀਂ ਉਹਦੇ ਵਿੱਚੋਂ ਕਿੱਦਾਂ ਇਸ ਨਾਂ ਦੇ ਨਾਲ ਨਿਕਲ ਸਕਦੇ ਹਾਂ। ਪਰ ਉਹ ਕੌਣ ਆ ਜਿਹਦੇ ਨਾਂ ਦੇ ਵਿੱਚ ਇੰਨੀ ਸ਼ਕਤੀ ਆ? ਭੂਤ ਵੀ ਡਰਦੇ ਆ, ਬਿਮਾਰੀਆਂ ਵੀ ਨੱਠ ਜਾਂਦੀਆਂ ਆ, ਤੂਫਾਨ ਵੀ ਥੰਮ ਹੋ ਜਾਂਦੇ ਆ। ਕੌਣ ਆ ਉਹ? Who is this Jesus? ਕੌਣ ਆ ਉਹ ਯਿਸੂ ਮਸੀਹ? ਕੌਣ ਆ ਜਿਹੜਾ ਜੀਸਸ ਨੈਜ਼ਰਥ ਵਿੱਚ ਸੀਗਾ? Who is he? ਇਹ ਸਵਾਲ ਪੁੱਛਿਆ ਜਾਂਦਾ ਹੈ। ਕੋਲੋਸੀਅੰਸ ਦੀ ਕਿਤਾਬ ਉਹਦਾ ਪਹਿਲਾ ਚੈਪਟਰ ਤੇ ਉਹਦੀ ਆਪਾਂ 15 ਤੋਂ 19 ਤੱਕ ਪੜਾਂਗੇ, ਫਿਰ ਮੈਂ 2 ਆਇਤਾਂ ਉਹਦੇ ਵਿੱਚੋਂ ਆਪਾਂ ਦੇਖਾਂਗੇ। ਹਾਂਜੀ, Colossians chapter 1 15 ਤੋਂ ਲੈ ਕੇ 19।
19 ਹਾਂਜੀ, ਕਲੋਸੀਆਂ ਪੰਜਾਬੀ ਚ ਸਾਦੇ ਨੂੰ, ਤੇ ਆਪਾਂ ਉਹਦਾ ਪਹਿਲਾ ਚੈਪਟਰ 15 ਤੋਂ ਲੈ ਕੇ 19 ਤੱਕ ਆਪਾਂ ਪੜ੍ਹਦੇ ਹਾਂ। ਉਹ ਅਲੱਖ ਪਰਮੇਸ਼ਰ ਦਾ ਰੂਪ ਅਤੇ ਸਾਰੀ ਸ੍ਰਿਸ਼ਟੀ ਵਿੱਚ ਜੇਠਾ ਹੈ, ਕਿਉਂ ਜੋ ਆਕਾਸ਼ ਅਤੇ ਧਰਤੀ ਉਤਲੀਆਂ ਸਾਰੀਆਂ ਵਸਤਾਂ ਉਸੇ ਤੋਂ ਉਤਪਤ ਹੋਈਆਂ, ਨਾਲੇ ਦਿਸਣ ਵਾਲੀਆਂ ਨਾਲੇ ਨਾ ਦਿਸਣ ਵਾਲੀਆਂ, ਕੀ ਸਿੰਘਾਸਨ, ਕੀ ਰਿਆਸਤਾਂ, ਕੀ ਹਕੂਮਤਾਂ, ਕੀ ਇਖਤਿਆਰ, ਸਭ ਕੁਝ ਉਸ ਦੇ ਰਾਹੀਂ ਅਤੇ ਉਸੇ ਦੇ ਲਈ ਉਤਪਤ ਹੋਇਆ ਹੈ, ਅਤੇ ਉਹ ਸਭ ਤੋਂ ਪਹਿਲਾਂ ਹੈ ਔਰ ਸਭ ਕੁਝ ਉਸੇ ਵਿੱਚ ਕਾਇਮ ਰਹਿੰਦਾ ਹੈ, ਅਤੇ ਉਹ ਦੇਹੀ ਦਾ ਅਰਥਾਤ ਕਲੀਸਿਆ ਦਾ ਸਿਰ ਹੈ। ਆਮੀਨ ਉਹ ਆਦ ਹੈ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ, ਆਮੀਨ ਵੀ ਉਹ ਸਭਨਾਂ ਗੱਲਾਂ ਵਿੱਚ ਪ੍ਰਧਾਨ ਹੋਵੇ, ਕਿਉਂ ਜੋ ਪਿਤਾ ਨੂੰ ਇਹੋ ਹੀ ਪਾਇਆ, ਜੋ ਸਾਰੀ ਸੰਪੂਰਨਤਾਈ ਉਸ ਵਿੱਚ ਬਸੇ। ਆਮੀਨ ਆਮੀਨ। ਕੌਣ ਸੀਗਾ ਉਹ? ਬਹੁਤ ਕਲੀਅਰਲੀ ਬਾਈਬਲ ਆਪਾਂ ਦੱਸ ਰਹੇ। ਆਪਾਂ ਜਦੋਂ ਪਿਛਲੇ ਹਫ਼ਤੇ ਦੇਖਦੇ ਸੀਗੇ ਹਬਰਾਨੀਆਂ ਦੀ ਕਿਤਾਬ ਪਹਿਲੇ ਚੈਪਟਰ ਵੀ ਸਾਨੂੰ ਹੁਣ ਬਹੁਤ ਕਲੀਅਰਲੀ ਦੱਸਿਆ ਸੀ। ਹੁਣ ਇੱਥੇ ਫੇਰ ਕਲੋਸੀਅਨਸ ਦੀ ਕਿਤਾਬ ਵਿੱਚ ਵੀ ਸਾਨੂੰ ਬਹੁਤ ਕਲੀਅਰਲੀ ਦੱਸ ਰਿਹਾ ਆ, ਤੇ ਬਹੁਤ ਵਧੀਆ ਲੋ ਉੱਤੇ ਪਾ ਰਿਹਾ ਆ। ਸਾਨੂੰ ਪੜ੍ਹ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪੈਣੀ ਆ। ਜਦੋਂ ਸਾਨੂੰ ਭਰੋਸਾ ਹੋ ਜਾਂਦਾ ਇਸ ਨਾਂ ਦੇ ਉੱਤੇ, ਜਿਹੜੀਆਂ ਮੁਸੀਬਤਾਂ ਵਿੱਚ ਦੀ ਅਸੀਂ ਜਾ ਰਹੇ ਹਾਂ, ਜਿੱਥੇ ਮਿਰਕਲ ਸਾਨੂੰ ਚਾਹੀਦੀ ਆ, ਤੇ ਅਸੀਂ ਵੀ ਇਹ ਨਾਂ ਵਰਤ ਕੇ ਫਤਿਹ ਪਾ ਸਕਦੇ ਹਾਂ। ਸੋ ਇੱਥੇ ਉਹ ਸਾਨੂੰ ਦੱਸਦਾ ਆ, ਉਹ 15ਵੀਂ ਆਇਤ ਦੇ ਵਿੱਚ ਕਹਿੰਦਾ, ਹੀ ਇਜ਼ ਦੀ ਇਮੇਜ ਆਫ ਦੀ ਇਨਵਿਜ਼ੀਬਲ ਗॉड। ਜਿਹੜਾ ਪਰਮੇਸ਼ਰ ਦਿਸਦਾ ਨਹੀਂ, ਉਹਦੀ ਐਨ ਸ਼ਕਲ ਆ। ਜਿਹੜਾ ਪਰਮੇਸ਼ਰ ਦਿਸਦਾ ਨਹੀਂ, ਉਹ ਯਿਸੂ ਮਸੀਹ ਉਹਦੀ ਸ਼ਕਲ ਆ। ਫਿਰ ਉਹ ਕੀ ਕਹਿੰਦਾ? the firstborn of all creation। ਉਹ ਪਹਿਲਾ ਸੀਗਾ। ਜਦੋਂ ਪਰਮੇਸ਼ਰ ਨੇ ਪਹਿਲਾ ਅੱਖਰ ਬੋਲਿਆ, ਉਹ ਯਿਸੂ ਮਸੀਹ ਸੀ। ਬਾਈਬਲ ਕੀ ਕਹਿੰਦੀ ਉਹਨੂੰ? ਕੀ ਸਾਦੀ ਯਿਸੂ ਮਸੀਹ ਨੂੰ? he is the word of God। ਉਹ ਪਰਮੇਸ਼ਰ ਦਾ ਸ਼ਬਦ ਆ। ਸੋ ਜਦੋਂ ਪਹਿਲਾ ਸ਼ਬਦ ਪਰਮੇਸ਼ਰ ਨੇ ਬੋਲਿਆ, ਤੇ ਉਹ ਯਿਸੂ ਮਸੀਹ ਸੀ। ਫਿਰ ਉਹ 16ਵੀਂ ਆਇਤ ਵਿੱਚ ਕਹਿੰਦਾ, by him all things were created। ਯਿਸੂ ਮਸੀਹ ਦੇ ਥਾਣੀ ਸਭ ਕੁਝ ਬਣਾਇਆ ਗਿਆ ਸੀ। ਤਾਂ ਹੀ ਉਹ ਇਖਤਿਆਰ ਰੱਖਦਾ ਆ। ਸਭ ਕੁਝ ਯਿਸੂ ਮਸੀਹ ਦੇ ਥਾਣੀ ਬਣਾਇਆ ਗਿਆ ਸੀ। ਯਿਸੂ ਮਸੀਹ ਨੇ ਸਭ ਕੁਝ ਬਣਾਇਆ। ਜਿੰਨੀਆਂ ਵੀ ਚੀਜ਼ਾਂ ਸਵਰਗਾਂ ਦੇ ਵਿੱਚ ਆ, ਜਿੰਨੀਆਂ ਵੀ ਚੀਜ਼ਾਂ ਧਰਤੀ ਦੇ ਉੱਤੇ ਆ, ਜਿੰਨੀਆਂ ਵੀ ਚੀਜ਼ਾਂ ਦਿਸਦੀਆਂ ਆ, ਜਿੰਨੀਆਂ ਵੀ ਚੀਜ਼ਾਂ ਦਿਸਦੀਆਂ ਨਹੀਂ, ਸਾਰੀਆਂ ਯਿਸੂ ਮਸੀਹ ਨੇ ਬਣਾਈਆਂ ਆ। ਬੇਸ਼ੱਕ ਦੀ ਉਹ ਬਹੁਤ ਵਧੀਆ ਤਾਕਤ ਵਾਲੀਆਂ ਚੀਜ਼ਾਂ ਹੁਣ, ਜਿੱਥੇ ਉਹ ਬਹੁਤ ਸ਼ਕਤੀ ਵਿੱਚ ਬੈਠੀਆਂ ਆ, ਜਾਂ ਉਹ ਸ਼ਕਤੀ ਰੱਖਦੀਆਂ ਆ, ਜਾਂ ਉਹ ਰੂਲ ਕਰ ਰਹੀਆਂ ਆ, ਜਾਂ ਉਹ ਉੱਚੀਆਂ ਅਥਾਰਟੀਜ਼ ਆ, ਉਹ ਸਾਰੀਆਂ ਯਿਸੂ ਮਸੀਹ ਨੇ ਬਣਾਈਆਂ ਆ। ਯਿਸੂ ਮਸੀਹ ਉਹਨਾਂ ਦਾ ਮਾਲਕ ਆ। ਫਿਰ ਉਹ ਕੀ ਦੱਸਦਾ? all things were created through him and for him। ਸਾਰੀਆਂ ਚੀਜ਼ਾਂ ਉਹਦੇ ਵਿੱਚ ਦੀ ਪਰਮੇਸ਼ਰ ਨੇ ਬਣਾਈਆਂ, ਤੇ ਉਹਦੇ ਵਾਸਤੇ ਬਣਾਈਆਂ। ਜਦੋਂ ਉਹਨੂੰ ਨਹੀਂ ਚਾਹੀਦੀਆਂ, ਉਹ ਜਦੋਂ ਮਰਜ਼ੀ ਉਹਨੂੰ ਨਾਸ਼ ਕਰ ਸਕਦਾ। ਉਹ ਕੀ ਕਹਿੰਦਾ? ਉਹਦੇ ਵਾਸਤੇ ਬਣਾਈਆਂ, ਉਹਦੀ ਖੁਸ਼ੀ ਵਾਸਤੇ ਬਣਾਈਆਂ। ਕਈ ਵਾਰੀ ਆਪਾਂ ਕਈ ਚੀਜ਼ਾਂ ਆਪਣੇ ਬੱਚਿਆਂ ਵਾਸਤੇ ਬਣਾਉਂਦੇ ਆ। ਇੱਥੇ ਪਰਮੇਸ਼ਰ ਨੇ ਆਹ ਦੁਨੀਆ ਜਿਹੜੀ ਆ, ਯਿਸੂ ਮਸੀਹ ਵਾਸਤੇ ਬਣਾਈ ਆ। and he is before all things। ਉਹ ਸਭ ਚੀਜ਼ਾਂ ਨਾਲੋਂ ਪਹਿਲਾਂ ਆ। ਯਿਸੂ ਮਸੀਹ ਸਭ ਚੀਜ਼ਾਂ ਨਾਲੋਂ ਪਹਿਲਾਂ ਆ। and in him all things hold together। ਉਹਦੇ ਵਿੱਚ ਸਾਰੀਆਂ ਚੀਜ਼ਾਂ ਇਕੱਠੀਆਂ ਰਹਿੰਦੀਆਂ ਆ। ਇਹਦਾ ਕੀ ਮਹੱਤਵ? ਬਹੁਤ ਸਿੰਪਲ ਆ। ਜੇ ਜਿਹੜੀ ਆਪਣੀ ਧਰਤੀ ਆ, ਸੂਰਜ ਤੋਂ ਬਈ so many ਕਿਲੋਮਾਈਲਸ ਦੂਰ ਆ, ਜੇ ਉਹ 1 ਕਿਲੋ ਮੀਲ ਲਾਗੇ ਨੂੰ ਹੋ ਜਾਵੇ, ਜਾਂ 2-3 ਕਿਲੋ ਮੀਲ ਲਾਗੇ ਨੂੰ ਹੋ ਜਾਵੇ, ਜਾਂ 2-3 ਕਿਲੋ ਮੀਲ ਪਰੇ ਨੂੰ ਹੋ ਜਾਵੇ, ਜੇ ਲਾਗੇ ਨੂੰ ਹੋ ਜਾਵੇ ਤਾਂ ਅਸੀਂ ਲੂਸਣ ਲੱਗ ਪੈਣਾ। ਜੇ ਦੂਰ ਨੂੰ ਹੋਣ ਲੱਗ ਪਵੇ ਤੇ ਅਸੀਂ ਠੰਡ ਦੇ ਨਾਲ ਮਰ ਜਾਣਾ। ਇੱਥੇ ਸਾਨੂੰ ਕੀ ਦੱਸਦਾ? he puts it together। ਯਿਸੂ ਮਸੀਹ ਉਹਨਾਂ ਨੂੰ ਉੱਥੇ ਰੱਖਦਾ ਆ।
ਉਹਦੀ ਸ਼ਕਤੀ ਨਾਲ, ਉਹਦੀ ਪਾਵਰ ਦੇ ਨਾਲ ਉੱਥੇ ਰਹਿੰਦੀ ਆ। ਧਰਤੀ ਉਨਾ ਹੀ ਦੂਰ ਰਹਿੰਦੀ ਆ ਜਿੰਨਾ ਉਹ ਚਾਹੁੰਦਾ ਆ ਸੂਰਜ ਤੋਂ। And all things are before, all things are held together by him. And he is the head of the body of the church. ਫਿਰ ਹੁਣ ਕੀ ਕਹਿੰਦਾ? ਉਹ ਕਲੀਸਿਆ ਦਾ ਸਿਰ ਆ। ਆਪਾਂ ਪਿਛਲੇ ਹਫਤੇ ਵੀ ਦੇਖਿਆ ਸੀ। ਤੇ ਜਿਹੜੀ ਕਲੀਸਿਆ, ਜਿਹੜੀ ਚਰਚ ਆ, ਉਹ ਉਹਦੀ ਦੇਹ ਆ। He is the firstborn from the dead. ਉਹ ਪਹਿਲਾ ਸੀ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ। ਉਦੋਂ ਪਹਿਲਾਂ ਕੋਈ ਵੀ ਮੁਰਦਿਆਂ ਵਿੱਚੋਂ ਜੀ ਨਹੀਂ ਉੱਠਿਆ ਸੀ। ਜਦੋਂ ਮਰਜ਼ੀ ਤੁਸੀਂ ਦੇਖ ਲਓ, ਕੋਈ ਰਿਕਾਰਡ ਨਹੀਂ ਹੋਣਾ ਕੋਈ ਮੁਰਦਿਆਂ ਵਿੱਚੋਂ ਯਿਸੂ ਮਸੀਹ ਤੋਂ ਪਹਿਲਾਂ ਜੀ ਨਹੀਂ ਉੱਠਿਆ ਸੀ। ਉਹੋ ਹੀ ਇੱਕ ਨਰਕਾਂ ਦੇ ਵਿੱਚੋਂ ਉੱਠ ਕੇ ਪਹਿਲੀ ਵਾਰੀ ਆਇਆ ਸੀ। ਨਹੀਂ ਤਾਂ ਮੌਤ ਜਿਹਨੂੰ ਲੈ ਜਾਂਦੀ ਸੀ ਉਹ ਮੁੜ ਕੇ ਆ ਨਹੀਂ ਸਕਦੇ ਸੀ। ਸੋ ਇੱਥੇ ਅਸੀਂ ਦੇਖਦੇ ਹਾਂ ਉਹ ਪਹਿਲਾ ਸੀ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ। And that in him he might have the preeminence. ਉਹ ਇਹਦੇ ਵਿੱਚ ਸਾਰਿਆਂ ਨਾਲੋਂ ਉੱਪਰ ਆ। He is the head. Okay? ਫਿਰ ਬਾਈਬਲ ਆਪਾਂ ਨੂੰ ਇਦਾਂ ਵੀ ਦੱਸਦੀ ਆ, ਜਿਹੜੇ ਦਿਨ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ, ਬਹੁਤ ਕਬਰਾਂ ਖੁੱਲ੍ਹ ਗਈਆਂ ਯਰੂਸ਼ਲਮ ਦੇ ਵਿੱਚ ਜਦੋਂ ਉਹਨੇ ਗਵਾਹੀ ਦਿੱਤੀ। ਤੇ ਕਈਆਂ ਨੇ ਦੇਖੇ ਜਿਹੜੇ ਮੁਰਦੇ ਸੀ ਉਹ ਜੀ ਉੱਠੇ। ਸੋ ਇੱਥੇ ਆਪਾਂ ਨੂੰ ਵਿਟਨੈਸ ਵੀ ਮਿਲਿਆ ਆ। ਮਥੀ ਦੀ ਕਿਤਾਬ ਦੇ ਵਿੱਚ 27ਵੇਂ ਚੈਪਟਰ ਦੇ ਵਿੱਚ ਜੋ ਮੈਂ 10 ਘੰਟਿਆਂ ਲਿਖਿਆ ਆ। ਫਿਰ 19ਵੀਂ ਆਇਤ ਦੇ ਵਿੱਚ ਕਹਿੰਦਾ, For in him all the fullness of God dwells. ਉਹਦੇ ਵਿੱਚ ਪਰਮੇਸ਼ਰ ਸਭ ਕੁਛ, ਪਰਮੇਸ਼ਰ ਦੀ ਸਾਰੀ ਭਰਪੂਰੀ ਉਹਦੇ ਵਿੱਚ ਆ। ਯਿਸੂ ਮਸੀਹ ਦੇ ਵਿੱਚ ਸਭ ਕੁਛ ਆ। ਹੁਣ ਸਾਨੂੰ ਥੋੜੀ ਜਿਹੀ ਸਮਝ ਲੱਗਣ ਲੱਗੀ ਆ ਕਾਹਤੇ ਬਿਮਾਰੀਆਂ ਨੱਠ ਜਾਂਦੀਆਂ ਉਹਦੇ ਨਾਂ ਦੇ ਵਿੱਚ, ਕਾਹਤੇ ਭੂਤ ਕੰਬਦੇ ਆ ਯਿਸੂ ਮਸੀਹ ਦੇ ਨਾਂ ਦੇ ਵਿੱਚ। ਅਸੀਂ ਹੁਣ ਸਮਝਣ ਲੱਗੇ ਆ ਬਈ ਉਹ ਕੌਣ ਆ। ਪਰ ਜਦੋਂ ਉਹ ਧਰਤੀ ਤੇ ਆਇਆ ਸੀ, ਜਿੱਦਾਂ ਆਪਾਂ ਪੜ੍ਹ ਕੇ ਹਟੇ ਆ, ਬੇਸ਼ੱਕ ਦੀ ਉਹ ਇੰਨਾ ਮਹਾਨ ਸੀਗਾ, ਉਹਨੂੰ ਇੰਨਾ ਦਰਜਾ ਦਿੱਤਾ ਗਿਆ ਸੀ। ਉਹ ਸਭ ਕੁਝ ਛੱਡ ਕੇ ਦਾਸ ਦਾ ਰੂਪ ਧਾਰ ਕੇ ਇਸ ਦੁਨੀਆ ਤੇ ਆਇਆ ਸੀ। ਕਾਹਤੇ? ਕਰਕੇ ਮੇਰੇ ਤੇ ਤੁਹਾਡੇ ਵਾਸਤੇ ਹੋਰ ਕੋਈ ਰਾਹ ਨਹੀਂ ਸੀ। ਅਸੀਂ ਪਾਪ ਦੇ ਵਿੱਚ ਫਸੇ ਹੋਏ ਸੀ ਤੇ ਪਾਪ ਤੋਂ ਕੋਈ ਛੁਟਕਾਰਾ ਨਹੀਂ ਸੀ। ਹਬਰਾਨੀਆਂ ਦੀ ਕਿਤਾਬ ਉਹਦਾ 4 ਚੈਪਟਰ, ਹੀਬਰੂਜ਼ ਚੈਪਟਰ 4 verse 14 to 16 ਵਿੱਚ ਇਦਾਂ ਲਿਖਿਆ ਹੈ। ਹਾਂਜੀ, ਇਬਰਾਨੀਆਂ ਉਹਦਾ 4 ਚੈਪਟਰ ਤੇ ਉਹਦੀ 14 ਤੋਂ 16 ਤੱਕ ਆਪਾਂ ਪੜ੍ਹਦੇ ਹਾਂ। ਸੋ ਜਦੋਂ ਸਾਡਾ ਇੱਕ ਮਹਾਪ੍ਰਧਾਨ ਜਾਜਕ ਹੈ ਜਿਹੜਾ ਆਕਾਸ਼ਾਂ ਤੋਂ ਪਾਰ ਲੰਘ ਗਿਆ, ਅਰਥਾਤ ਪਰਮੇਸ਼ਰ ਦਾ ਪੁੱਤਰ ਯਿਸੂ, ਤਾਂ ਆਓ ਅਸੀਂ ਆਪਣੇ ਕੀਤੇ ਹੋਏ ਇਕਰਾਰ ਉੱਤੇ ਪੱਕਿਆ ਰਹੀਏ। ਕਿਉਂ ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ, ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗ ਵਰਤਾਇਆ ਗਿਆ, ਪਰ ਉਹ ਪਾਪ ਤੋਂ ਰਹਿਤ ਰਿਹਾ। ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਲੇਰੀ ਨਾਲ ਚੱਲੀਏ ਕਿ ਅਸੀਂ ਦਇਆ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ। ਆਮੀਨ। ਆਮੀਨ। ਸੋ ਇੱਥੇ ਸਾਨੂੰ ਬਹੁਤ ਕਲੀਅਰਲੀ ਦੱਸਦਾ ਯਿਸੂ ਮਸੀਹ ਕਾਹਤੇ ਆਇਆ ਸੀ। ਉਹ ਅਸੀਂ ਪਾਪ ਦੇ ਕਾਰਨ ਪਰਮੇਸ਼ਰ ਤੋਂ ਜੁਦੇ ਹੋ ਗਏ ਸੀ ਤੇ ਉਹ ਸਾਨੂੰ ਮੁੜ ਕੇ ਫੇਰ ਮਿਲਾਉਣ ਆਇਆ ਸੀ। ਫਿਰ ਉਹਨੇ ਦਾਸ ਦਾ ਰੂਪ ਧਾਰ ਕੇ ਇਸ ਦੁਨੀਆ ਉੱਤੇ ਰਿਹਾ। ਫਿਰ ਪਾਪ ਤੋਂ ਬਗੈਰ, ਆਪਾਂ ਪੜ੍ਹ ਕੇ ਹਟੇ ਹਾਂ, ਪਾਪ ਤੋਂ ਬਗੈਰ ਰਿਹਾ। ਸਾਡਾ ਦੁੱਖ ਉਹਨੇ ਇੱਥੇ ਝੱਲਿਆ, ਦੇਖਿਆ। ਕਾਹਤੇ? ਫਿਰ ਉਹ ਸਾਡੇ ਨਾਲ ਸਹਿਮਤ ਹੋ ਸਕੇ। ਜਿੰਨੀਆਂ ਵੀ ਮੁਸੀਬਤਾਂ ਵਿੱਚ ਦੀ ਅਸੀਂ ਜਾ ਰਹੇ ਹਾਂ, ਉਹ ਬਾਹਰ ਨਹੀਂ ਸੀਗਾ, ਉਹ ਸਾਰੀਆਂ ਮੁਸੀਬਤਾਂ ਵਿੱਚ ਹੀ ਲੰਘਿਆ ਸੀ। ਉਹਨੂੰ ਪਤਾ ਆ ਜਦੋਂ ਸਾਡੇ ਦਰਦ ਪੈਂਦਾ ਆ, ਕਿੱਦਾਂ ਦਰਦ ਪੈਂਦਾ ਆ। ਜਦੋਂ ਅਸੀਂ ਫੈਮਿਲੀ ਤੋਂ ਜੁਦੇ ਹੋ ਜਾਂਦੇ ਆ, ਕਿੱਦਾਂ ਸਾਨੂੰ, ਜੇ ਫੈਮਿਲੀ ਰਿਜੈਕਟ ਕਰ ਦਿੰਦੀ ਕੀ ਹੁੰਦਾ ਆ, ਉਹਨੂੰ ਵੀ ਉਹਦੀ ਫੈਮਿਲੀ ਨੂੰ ਰਿਜੈਕਟ ਕਰਤਾ ਸੀ। ਸੋ ਇੱਥੇ ਸਾਨੂੰ ਉਹ ਸਾਡੇ ਵਰਗਾ ਬਣਿਆ, ਜਿਹੜਾ ਪਰਮੇਸ਼ਰ ਸੀ, ਜਿਹੜਾ ਸਭ ਕੁਛ ਆਪਣੇ ਹੱਥ ਵਿੱਚ ਸੀਗਾ, ਜੋ ਮਰਜ਼ੀ ਕਰ ਸਕਦਾ ਸੀ, ਜਿਹਨੇ ਸਾਰੀ ਦੁਨੀਆ ਬਣਾਈ ਸੀ, ਜਿਹਦੀ ਸ਼ਕਤੀ ਨਾਲ ਸਭ ਕੁਝ ਚੱਲ ਰਿਹਾ ਸੀ, ਉਹ ਤੇਰੇ ਤਾਂ ਮੇਰੇ ਵਰਗਾ ਬਣਿਆ ਸਾਨੂੰ ਇੱਥੋਂ ਬਚਾਉਣ ਨੂੰ।
ਕਰਕੇ ਬਾਈਬਲ ਸਾਨੂੰ ਦੱਸਦੀ ਹੈ ਹਬਰਾਨੀਆਂ ਦੀ ਕਿਤਾਬ ਉਹਦਾ 10ਵਾਂ ਚੈਪਟਰ 19 ਆਇਤ ਦੇ ਵਿੱਚ ਇਦਾਂ ਲਿਖਿਆ ਆ। ਹਾਂਜੀ, ਇਬਰਾਨੀਆਂ ਦਾ 10ਵਾਂ ਚੈਪਟਰ ਤੇ 19 ਆਇਤ ਵਿੱਚ ਲਿਖਿਆ, ਹੀਬਰੂਸ 10:19, ਉਪਰੰਤ ਹੈ ਪ੍ਰਭੂ, ਜਦੋਂ ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ। ਆਮੀਨ। ਹੁਣ ਕੀ ਹੋਇਆ? ਕਰਕੇ ਯਿਸੂ ਮਸੀਹ ਨੇ ਸਾਡੇ ਵਾਸਤੇ ਕ੍ਰਾਸ ਦੇ ਉੱਤੇ ਖੂਨ ਬਹਾਇਆ। ਹੁਣ ਸਾਡੇ ਕੋਲ ਅਸੀਂ ਬਲੀ ਦੇਤੀ ਹੈ, ਸਾਨੂੰ ਖਰੀਦ ਲਿਆ ਆ। ਅਸੀਂ ਹੁਣ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜਾ ਸਕਦੇ ਹਾਂ। ਵੀ ਕੈਨ ਗੋ ਇਨਟੂ ਹਿਸ ਪ੍ਰੈਜ਼ੈਂਸ। ਪਹਿਲਾਂ ਅਸੀਂ ਜਾ ਨਹੀਂ ਸਕਦੇ ਸੀਗੇ। ਸਾਡੇ ਪਾਪ ਨੇ ਉਹ ਤੋਂ ਸਾਨੂੰ ਜੁਦਾ ਕੀਤਾ ਸੀਗਾ, ਪਰ ਯਿਸੂ ਮਸੀਹ ਨੇ ਮੁੜ ਕੇ ਫੇਰ ਪਰਮੇਸ਼ਰ ਪਿਤਾ ਦੇ ਨਾਲ ਸਾਡਾ ਰਿਸ਼ਤਾ ਬਣਵਾਇਆ ਤੇ ਇਹ ਸਾਨੂੰ ਇੱਥੇ ਸਿਖਾ ਰਿਹਾ ਆ। ਆਪਾਂ 9ਵੇਂ ਚੈਪਟਰ ਦੇ ਵਿੱਚੋਂ ਵੀ ਹਬਰਾਨੀਆਂ ਦੇ 14 ਆਇਤ ਦੇ ਵਿੱਚੋਂ ਪੜ੍ਹਦੇ ਹਾਂ। ਹਾਂਜੀ, ਹੀਬਰੂਸ 9:14, ਇਬਰਾਨੀਆਂ 9ਵਾਂ ਚੈਪਟਰ ਤੇ ਉਹਦੀ 14ਵੀਂ ਆਇਤ ਵਿੱਚ ਇੱਦਾਂ ਲਿਖਿਆ, ਤੇ ਕਿੰਨਾ ਹੀ ਵਧੇਕ ਮਸੀਹ ਦਾ ਲਹੂ, ਜਿਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਰ ਦੇ ਅੱਗੇ ਚੜਾਇਆ, ਤੁਹਾਡੇ ਅੰਤਕਰਨ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ, ਵੀ ਤੁਸੀਂ ਜਿਉਂਦੇ ਪਰਮੇਸ਼ਰ ਦੀ ਉਪਾਸਨਾ ਕਰੋ। ਆਮੀਨ। ਸੋ ਕੀ ਹੋਇਆ? ਉਹ ਆਪਣੇ ਖੂਨ ਦੇ ਨਾਲ ਸਾਡੀ ਜਿਹੜੀ ਕੀਮਤ ਸੀ, ਜਿਹੜਾ ਸਾਨੂੰ ਮੁੜ ਕੇ ਫੇਰ ਅਸੀਂ ਉਹਨੂੰ ਮੇਲ ਕਰ ਸਕਦੇ ਸੀ, ਆਪਣੇ ਖੂਨ ਦੇ ਨਾਲ ਉਹ ਕਿਰਾਇਆ। ਸੋ ਇੱਥੇ ਦੱਸਦਾ, ਹਾਊ ਮਚ ਮੋਰ ਸ਼ੈਲ ਦਾ ਬਲੱਡ ਆਫ ਕ੍ਰਾਈਸਟ। ਪਹਿਲਾਂ ਕਿਸੇ ਐਨੀਮਲਸ ਦੀ ਪਸ਼ੂਆਂ ਦੇ ਖੂਨ ਚੜਾਉਂਦੇ ਸੀ ਤੇ ਥੋੜੇ ਚਿਰ ਵਾਸਤੇ ਸਾਡੇ ਪਾਪ ਢਕੇ ਜਾਂਦੇ ਸੀ, ਪਰ ਅਖੀਰ ਦੇ ਵਿੱਚ ਪਰਮੇਸ਼ਰ ਨੇ ਬੇਟਾ ਆਪਣੇ ਨੂੰ ਭੇਜਿਆ, ਜਿਹਨੇ ਕ੍ਰਾਸ ਦੇ ਉੱਤੇ ਆਪਣੇ ਵਾਸਤੇ ਖੂਨ ਬਹਾਇਆ। ਹੁਣ ਸਦਾ ਵਾਸਤੇ ਪਰਮੇਸ਼ਰ ਦੇ ਨਾਲ ਸਾਡਾ ਰਿਸ਼ਤਾ ਬਣ ਗਿਆ ਹੈ, ਕੀਮਤ ਦਿੱਤੀ ਗਈ ਆ। ਸੋ ਇੱਥੇ ਸਾਨੂੰ ਦੱਸਦਾ ਆ, ਕੋਈ ਨਿਸ਼ਾਨ ਨਹੀਂ ਰਹਿ ਗਿਆ, ਉਹਦੇ ਖੂਨ ਨੇ ਸਾਨੂੰ ਐਨ ਸਾਫ਼ ਕਰ ਦਿੱਤਾ ਹੈ। ਐਨ ਸਾਡੇ ਕੱਲੀ ਸਾਡਾ ਆਤਮਾ ਦੀ, ਪਰ ਸਾਡੀ ਕੌਂਸ਼ੀਅੰਸ ਵੀ ਉਹਦੇ ਨਾਲ ਬਾਈਬਲ ਦੱਸਦੀ ਆ ਸਾਫ਼ ਹੁੰਦੀ ਆ। ਸੋ ਹੁਣ ਅਸੀਂ ਦਿਲਬਰੀ ਦੇ ਨਾਲ ਉਹਦੀ ਹਜ਼ੂਰੀ ਦੇ ਵਿੱਚ ਜਾ ਸਕਦੇ ਹਾਂ। ਸੋ ਬਾਈਬਲ ਸਾਨੂੰ ਦੱਸਦੇ ਆ, ਜਦੋਂ ਅਸੀਂ ਇਸ ਲੋਅ ਦੇ ਵਿੱਚ ਚੱਲਦੇ ਹਾਂ ਜੋ ਪਰਮੇਸ਼ਰ ਨੇ ਸਾਡੇ ਵਾਸਤੇ ਕੀਤਾ ਆ, ਤੇ ਅਸੀਂ ਸਾਰੇ ਪਾਪਾਂ ਤੋਂ ਸ਼ੁੱਧ ਹੋ ਜਾਂਦੇ ਹਾਂ। ਪਹਿਲਾ ਯਹੂਨਾ ਉਹਦਾ ਪਹਿਲਾ ਹੀ ਚੈਪਟਰ ਤੇ ਉਹਦੀ 7ਵੀਂ ਆਇਤ ਦੇ ਵਿੱਚ ਇਦਾਂ ਦੱਸਦਾ, 1 John chapter 1 verse 7। ਹਾਂਜੀ, ਯਹੂਨਾ ਦੀ ਪੱਤਰੀ ਹੈ ਪਿੱਛੇ ਜਾ ਕੇ, ਤੇ ਉਹਦਾ ਪਹਿਲਾ ਚੈਪਟਰ ਤੇ ਉਹਦੀ 7ਵੀਂ ਆਇਤ। ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ, ਤਾਂ ਸਾਡੀ ਆਪੋ ਵਿੱਚ ਸੰਗਤ ਹੈ, ਅਤੇ ਉਹਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। ਆਮੀਨ। ਕਿਹੜੇ ਚਾਨਣ ਦੇ ਵਿੱਚ? ਅੱਜ ਜੋ ਮੈਂ ਤੁਹਾਨੂੰ ਦੱਸ ਰਿਹਾ ਹਾਂ, ਜੋ ਯਿਸੂ ਮਸੀਹ ਨੇ ਸਾਡੇ ਵਾਸਤੇ ਕੀਤਾ ਸੀਗਾ, ਜੇ ਅਸੀਂ ਇਸ ਚਾਨਣ ਦੇ ਵਿੱਚ ਚੱਲਾਂਗੇ, ਫਿਰ ਉਹ ਕਹਿੰਦਾ ਯਿਸੂ ਮਸੀਹ ਦਾ ਖੂਨ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। ਦੂਸਰੀ ਚੀਜ਼ ਸਾਨੂੰ ਕੀ ਕਹਿੰਦਾ? ਉਹ ਸਾਨੂੰ ਦੂਸਰਿਆਂ ਦੇ ਨਾਲ ਸੰਗਤੀ ਰੱਖਣ ਦੀ ਜ਼ਰੂਰਤ ਆ। ਸੋ ਇਹਦਾ ਕੀ ਮਤਲਬ? ਅਸੀਂ ਕਿਸੇ ਨਾਲ ਬੈਰ ਨਹੀਂ ਰੱਖ ਸਕਦੇ ਹੈਗੇ। ਓਕੇ, ਸੋ ਜੇ ਕਹਿੰਦਾ ਤੁਸੀਂ ਕਿਸੇ ਨਾਲ ਬੈਰ ਨਹੀਂ ਰੱਖਣਾ, ਫਿਰ ਕਹਿੰਦਾ ਲੋ ਦੇ ਵਿੱਚ ਚੱਲਦੇ ਆ। ਜੋ ਲੋ ਅੱਜ ਅਸੀਂ ਦੱਸ ਰਹੇ ਹਾਂ ਤੁਹਾਨੂੰ ਬਾਈਬਲ ਦੇ ਵਿੱਚੋਂ, ਬਈ ਯਿਸੂ ਮਸੀਹ ਤੁਹਾਡੇ ਪਾਪਾਂ ਵਾਸਤੇ ਮਰ ਗਿਆ ਸੀ, ਉਹਨੇ ਕੀਮਤ ਦੇਤੀ ਆ, ਤੇ ਹੁਣ ਕਹਿੰਦਾ ਪਰਮੇਸ਼ਰ ਦੇ ਨਾਲ ਅਸੀਂ ਉਹਦੀ ਹਜ਼ੂਰੀ ਵਿੱਚ ਜਾ ਸਕਦੇ। ਹੁਣ ਅਸੀਂ ਉਹਨਾਂ ਇੱਕ ਹੋ ਸਕਦੇ ਹਾਂ। ਸੋ ਇਫੀਸੀਅੰਸ ਦੀ ਕਿਤਾਬ ਵਿੱਚ ਵੀ ਸਾਨੂੰ ਇਹ ਦੱਸਦਾ ਆ ਬਹੁਤ ਕਲੀਅਰਲੀ। ਇਹਦੇ ਵਿੱਚੋਂ ਆਪਾਂ 3 ਆਇਤਾਂ ਹੀ ਪੜ੍ਹਾਂਗੇ, ਪਰ ਜਦੋਂ ਤੁਹਾਡੇ ਕੋਲ ਟਾਈਮ ਹੋਇਆ ਤੁਸੀਂ 1 ਤੋਂ 10 ਤੇ ਪੜ੍ਹਨੀਆਂ, ਸਾਰੀਆਂ ਆਇਤਾਂ ਪੜ੍ਹਨੀਆਂ। ਪਰ ਇਫੀਸੀਅੰਸ ਦੀ ਕਿਤਾਬ the book of Ephesians chapter 2 verse 1 to 3, Srinder will read for us in Punjabi। ਹਾਂਜੀ, ਇਫੀਸੀਆਂ ਦਾ ਦੂਸਰਾ ਚੈਪਟਰ ਤੇ ਉਹਦੀਆਂ 1 ਤੋਂ ਲੈ ਕੇ 3 ਆਇਤਾਂ ਆਪਾਂ ਪੜ੍ਹਦੇ ਹਾਂ। ਉਹਨੇ ਤੁਹਾਨੂੰ ਵੀ, ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸੀ, ਜਵਾਲਿਆ, ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖਤਿਆਰ ਦੇ ਸਰਦਾਰ ਦੇ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸਨ, ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤਰਾਂ ਵਿੱਚ ਅਸਰ ਕਰਦੀ ਹੈ।
ਅਤੇ ਉਹਨਾਂ ਵਿੱਚ ਅਸੀਂ ਵੀ ਸਭੇ ਸਰੀਰ ਅਤੇ ਮਨ ਦੀਆਂ ਚਾਹਾਂ ਨੂੰ ਪੂਰੇ ਕਰਦਿਆਂ ਅਤੇ ਆਪਣੇ ਸਰੀਰ ਦੀਆਂ ਕਾਮਨਾ ਵਿੱਚ ਅੱਗੇ ਦਿਨ ਕੱਟਦੇ ਸਾਂ ਅਤੇ ਹੋਰਨਾਂ ਵਾਂਗ ਆਪਣੇ ਸੁਭਾਅ ਕਰਕੇ ਗਜਬ ਦੇ ਪੁੱਤਰ ਸੀ। ਆਮੇਨ। ਸੋ ਕੀ ਹੋਇਆ, ਅਸੀਂ ਵੀ ਨਾਸ਼ ਹੋਣੇ, ਸਾਰੇ ਇੱਕੋ ਜਿਹੇ ਸੀਗੇ, ਕਿਸੇ ਦੇ ਕੋਲ ਕੋਈ ਹੋਪ ਨਹੀਂ ਸੀ, ਕਿਸੇ ਦੇ ਕੋਲ ਕੁਛ ਨਹੀਂ ਸੀ। ਪਰ ਕੀ ਹੋਇਆ, ਪਰਮੇਸ਼ਰ ਨੇ ਆਪ ਆਪਣੇ ਬੇਟੇ ਨੂੰ ਭੇਜਿਆ ਜਿਹਨੇ ਸਾਨੂੰ ਉਹਦੇ ਵਿੱਚੋਂ ਕੱਢ ਕੇ ਲਿਆਂਦਾ। ਸੋ ਉਹਦੇ ਖੂਨ ਦੇ ਨਾਲ ਸਾਨੂੰ ਉਹਨੇ ਖਰੀਦਿਆ। ਸੋ ਅਸੀਂ ਪ੍ਰਭੂ ਦੀ ਵਡਿਆਈ ਕਰਦੇ ਹਾਂ। ਆਪਾਂ ਹਬਰਾਨੀਆਂ ਦੀ ਕਿਤਾਬ ਉਹਦਾ 9ਵਾਂ ਚੈਪਟਰ ਉਹਦੀ 22ਵੀਂ ਆਇਤ ਵੀ ਪੜ੍ਹਾਂਗੇ। ਆਪਾਂ ਚੰਗੇ ਹਬਰਾਨੀ ਦੇ ਵਿੱਚੋਂ ਪੜ੍ਹਿਆ, ਪਰ ਆਪਾਂ ਫੇਰ ਇਹਦੇ ਵਿੱਚੋਂ ਇਹ ਵੀ ਪੜ੍ਹਦੇ ਹਾਂ, ਸਾਨੂੰ ਦੱਸਦਾ ਆ ਵੀ ਜਿਹੜਾ ਖੂਨ ਆ ਉਹਦੇ ਨਾਲ ਹੀ ਅਸੀਂ ਖਰੀਦੇ ਹੋ ਸਕਦੇ ਸੀ। ਹੋਰ ਕੋਈ ਇੰਨੀ ਕੀਮਤ ਵਾਲੀ ਚੀਜ਼ ਹੈ ਨਹੀਂ ਸੀ ਜਿਹਦੇ ਨਾਲ ਅਸੀਂ ਖਰੀਦ ਹੋ ਸਕਦੇ ਸੀ। ਸੋ ਹੀਬਰੂਜ਼ ਚੈਪਟਰ 9 ਵਰਸ 22। ਹਾਂਜੀ, ਇਬਰਾਨੀਆਂ ਦਾ 9ਵਾਂ ਚੈਪਟਰ ਤੇ 22ਵੀਂ ਆਇਤ। ਅਤੇ ਸ਼ਰ੍ਹਾਂ ਦੇ ਅਨੁਸਾਰ ਲਗਭਗ ਸਾਰੀਆਂ ਵਸਤਾਂ ਲਹੂ ਦੇ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾਂ ਲਹੂ ਬਹਾਏ ਮਾਫੀ ਹੁੰਦੀ ਹੀ ਨਹੀਂ। ਜਿੰਨਾ ਮਰਜੀ ਸੋਨਾ ਚਾਂਦੀ ਹੋਵੇ, ਜਿੰਨਾ ਮਰਜੀ ਭਗਤੀ ਕੀਤੀ ਹੋਵੇ, ਜਿੰਨਾ ਮਰਜੀ ਅਸੀਂ ਚੰਗੇ ਕੰਮ ਕੀਤੇ ਹੋਣ, ਉਹ ਸਾਨੂੰ ਖਰੀਦ ਨਹੀਂ ਸਕਦੇ। ਬਾਈਬਲ ਕੀ ਕਹਿੰਦੀ ਆ, ਬਿਨਾਂ ਖੂਨ ਬਹਾਏ ਤੋਂ there is no remission of sins। ਪਾਪਾਂ ਦੀ ਮਾਫੀ ਹੈ ਨਹੀਂ ਗਈ। ਪਹਿਲਾਂ ਪਸ਼ੂਆਂ ਦਾ ਖੂਨ ਦਿੰਦੇ ਸੀਗੇ, ਪਰ ਹੁਣ ਉਹ ਇਕੱਲਾ 1 ਸਾਲ ਹੀ ਲਸਟ ਕਰਦਾ ਸੀ। ਪਰ ਹੁਣ ਇੱਥੇ ਆਪਾਂ ਦੇਖਦੇ ਹਾਂ, ਅਖੀਰਲੇ ਦਿਨਾਂ ਦੇ ਵਿੱਚ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ ਜਿਹਨੇ ਸਾਡੇ ਵਾਸਤੇ ਖੂਨ ਬਹਾਇਆ ਤੇ ਸਾਨੂੰ ਖਰੀਦ ਲਿਆ। ਸੋ ਇੱਥੇ ਅਸੀਂ ਦੇਖਦੇ ਹਾਂ, ਜਿਹੜਾ ਉਹ ਮਹਾਨ ਸੀ, ਜਿਹੜਾ ਸਾਰੀ ਦੁਨੀਆ ਨੂੰ ਚਲਾਉਂਦਾ ਸੀ, ਉਹਨੂੰ ਭੇਜਿਆ, ਜਿਹੜਾ ਪਰਮੇਸ਼ਰ ਦੀ ਸ਼ਕਲ ਦੇ ਵਿੱਚ ਸੀਗਾ, ਜਿਹੜੇ ਹੱਥ ਦੇ ਵਿੱਚ ਸਭ ਕੁਝ ਸੀਗਾ, ਜਿਹੜਾ ਸਾਰੀ ਦੁਨੀਆ ਨੂੰ ਚਲਾ ਰਿਹਾ ਸੀਗਾ, ਉਹਨੂੰ ਭੇਜਿਆ। ਜਦੋਂ ਆਪਾਂ ਪਿਛਲੇ ਹਫ਼ਤੇ ਹਬਰਾਨੀਆਂ ਦੇ ਵਿੱਚੋਂ ਪੜ੍ਹਦੇ ਸੀ, ਜਿਹਦੇ ਮੋਹਰੇ ਸਵਰਗਦੂਤ ਵੀ ਮੱਥਾ ਟੇਕਦੇ ਸੀ, ਜਿਹੜਾ ਤਿੰਨਾਂ ਦੁਨੀਆ ਦੇ ਵਿੱਚ ਪ੍ਰਭੂ ਸੀਗਾ, ਸਵਰਗਾਂ ਦੇ ਵਿੱਚ, ਧਰਤੀ ਉੱਤੇ ਤੇ ਧਰਤੀ ਦੇ ਥੱਲੇ, ਉਹਨੂੰ ਪਰਮੇਸ਼ਰ ਨੇ ਭੇਜਿਆ। ਉਹਨੇ ਆਪਣਾ ਖੂਨ ਬਹਾਇਆ ਕ੍ਰੋਸ ਦੇ ਉੱਤੇ, ਬਹੁਤ ਬੁਰੀ ਹਾਲਤ ਨਾਲ ਮਰਿਆ। ਕਾਹਤੇ ਕਰਕੇ? ਸਾਡੇ ਪਾਪ ਹੀ ਇੰਨੇ ਖਰਾਬ ਸੀਗੇ, ਹੋਰ ਕੋਈ ਕੀਮਤ ਪੇ ਨਹੀਂ ਕਰ ਸਕਦਾ ਸੀਗਾ, ਇਕੱਲੀ ਉਹਨੇ ਹੀ ਕੀਮਤ ਪੇ ਕੀਤੀ ਆ। ਸੋ ਇੱਥੇ ਸਾਨੂੰ ਬਹੁਤ ਕਲੀਅਰਲੀ ਦੱਸ ਰਿਹਾ ਆ, ਸਾਡੇ ਪਾਪਾਂ ਦੇ ਕਾਰਨ ਅਸੀਂ ਪਰਮੇਸ਼ਰ ਤੋਂ ਜੁਦੇ ਹੋਏ ਹੋ ਸੀਗੇ। ਯੇਸ਼ਾਇਆ ਦੀ ਕਿਤਾਬ ਉਹਦਾ ਆਇਜ਼ਾਇਆ 59 ਵਰਸ 2 ਦੇ ਵਿੱਚ ਲਿਖਿਆ ਆ। ਹਾਂਜੀ, ਯੇਸ਼ਾਇਆ 59 ਯਾਨੀ ਕਿ 59 ਤੇ ਉਹਦਾ ਦੂਸਰਾ ਵਰਸ। ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਰ ਦੇ ਵਿੱਚ ਜੁਦਾਈ ਪਾ ਦਿੱਤੀ ਹੈ ਅਤੇ ਤੁਹਾਡੇ ਪਾਪਾਂ ਨੇ ਉਹਦਾ ਮੂੰਹ ਤੁਹਾਤੋਂ ਲੁਕਾ ਦਿੱਤਾ ਵੀ ਉਹ ਨਾ ਸੁਣੇ। ਆਮੇਨ। ਕੀ ਹੋਇਆ? ਸਾਡੀ ਬਦੀਆਂ ਨੇ, ਸਾਡੇ ਪਾਪਾਂ ਨੇ, ਪਰਮੇਸ਼ਰ ਦੇ ਤਾਂ ਸਾਡੇ ਗੱਬੇ ਕੰਧ ਹੋ ਗਈ ਆ। ਉਹ ਸਾਡੀ ਪ੍ਰਾਰਥਨਾ ਸੁਣਦਾ ਨਹੀਂ ਹੈਗਾ। ਬਹੁਤ ਮੇਰੇ ਭੈਣ ਭਰਾ ਇਸ ਵੇਲੇ ਸੁਣ ਰਹੇ ਹੋਣਗੇ, ਉਹ ਕਹਿੰਦੇ ਹੋਣਗੇ ਅਸੀਂ ਬਹੁਤ ਪ੍ਰਾਰਥਨਾ ਕਰ ਹਟੇ ਹਾਂ, ਅਸੀਂ ਬਹੁਤ ਅਰਦਾਸਾਂ ਕਰ ਹਟੇ ਹਾਂ, ਅਸੀਂ ਬਹੁਤ ਵਰਤ ਰੱਖ ਹਟੇ ਹਾਂ, ਅਸੀਂ ਬਹੁਤ ਓੜ ਪੋੜ ਕਰ ਰੱਖ ਕੇ ਹਟੇ ਹਾਂ, ਪਰ ਕੁਝ ਵੀ ਹੋਇਆ ਨਹੀਂ ਹੈਗਾ। ਕਾਹਤੇ ਕਰਕੇ? ਤੁਹਾਡੇ ਪਾਪਾਂ ਨੇ ਤੁਹਾਡੇ ਤਾਂ ਪਰਮੇਸ਼ਰ ਦੇ ਗੱਬੇ ਕੰਧ ਕੀਤੀ ਹੋਈ ਆ। ਸਾਨੂੰ ਕੀ ਕਰਨ ਦੀ ਜ਼ਰੂਰਤ ਆ? ਸਾਨੂੰ ਯਿਸੂ ਮਸੀਹ ਨੂੰ, ਜਿਹੜੀ ਉਹਨੇ ਸੈਕਰੀਫਾਈਸ ਦਿੱਤੀ ਆ, ਜਿਹੜੇ ਉਹਨੇ ਬਲੀ ਦਿੱਤੀ ਆ, ਉਹਨੂੰ ਕਬੂਲ ਕਰਨ ਦੀ ਜ਼ਰੂਰਤ ਆ। ਸਾਡੇ ਪਾਪ ਮਾਫ ਹੋ ਜਾਣ ਤੇ ਸਾਡੇ ਉਹ ਕੰਧ ਚੱਕੀ ਜਾਵੇ ਤੇ ਸਾਡਾ ਰਸਤਾ ਪਰਮੇਸ਼ਰ ਦੇ ਨਾਲ ਬਣ ਜਾਵੇ। ਸੋ ਇਹ ਇੱਥੇ ਸਾਨੂੰ ਦੱਸ ਰਿਹਾ, ਫਿਰ ਸਾਡੇ ਪਾਪ ਮਾਫ ਹੋ ਜਾਂਦੇ ਆ, ਸਾਡਾ ਰਸਤਾ ਉਹਦੇ ਨਾਲ ਬਣ ਜਾਂਦਾ ਆ। ਪਹਿਲੇ ਯਹੂਨਾ ਦੇ ਵਿੱਚ ਉਹਦਾ ਪਹਿਲਾ ਚੈਪਟਰ ਤੇ 9ਵੀਂ 10ਵੀਂ ਆਇਤ ਦੇ ਵਿੱਚ ਦੱਸਦਾ ਆ, ਜਦੋਂ ਵੀ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰਦੇ ਹਾਂ ਤੇ ਉਹ ਹਰੇਕ ਵੇਲੇ ਇੱਦਾਂ ਨਹੀਂ ਕਹਿੰਦਾ ਕਿ ਮੈਂ ਮਾਫ ਨਹੀਂ ਕਰਨਾ ਹੈਗਾ। ਸੋ 1 John chapter 1 verse 9 ਆਪਾਂ ਪਹਿਲਾਂ ਪੜਾਂਗੇ। ਹਾਂਜੀ, ਯਹੂਨਾ ਦੀ ਪਹਿਲੀ ਪੱਤਰੀ ਤੇ ਉਹਦਾ ਪਹਿਲਾ ਚੈਪਟਰ ਤੇ ਉਹਦੀ 9ਵੀਂ ਆਇਤ ਆਪਾਂ ਪੜ੍ਹਨ ਲੱਗੇ। ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ
ਤਾਂ ਉਹ ਵਫਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਆਮੀਨ। ਆਮੀਨ। ਸੋ ਕੀ ਹੋਇਆ, ਸਾਨੂੰ ਆਪਣੇ ਪਾਪਾਂ ਤੋਂ ਇਕਰਾਰ ਕਰਨ ਦੀ ਜ਼ਰੂਰਤ ਆ। ਉਹ ਧਰਮੀ ਆ, ਉਹਦਾ ਕੀ ਮਤਲਬ, ਉਹਨੇ ਕਰਕੇ ਕਿਹਾ ਹੈ ਆਪਣੇ ਮੂੰਹੋਂ, ਉਹ ਹੁਣ ਮੁੱਕਰ ਨਹੀਂ ਸਕਦਾ ਹੈਗਾ। ਹੁਣ ਕਹਿ ਨਹੀਂ ਸਕਦਾ ਹੈਗਾ ਮੈਂ ਤੈਨੂੰ ਨਹੀਂ ਮਾਫ ਕਰਨਾ, ਤੂੰ ਤਾਂ ਬਹੁਤ ਖਰਾਬ ਆਦਮੀ ਆ। ਓਕੇ, ਮੈਂ ਤੈਨੂੰ ਨਹੀਂ ਮਾਫ ਕਰਨਾ, ਤੁਸੀਂ ਤਾਂ ਬਹੁਤ ਬੜੀ ਖਰਾਬ ਔਰਤ ਆ, ਤੁਸੀਂ ਤਾਂ ਬਹੁਤ ਖਰਾਬ ਕੰਮ ਕੀਤੇ। ਨਹੀਂ, ਉਹ ਕਹਿੰਦੇ ਜਦੋਂ ਅਸੀਂ ਇਕਰਾਰ ਕਰਦੇ ਹਾਂ, ਉਹਦੇ ਕੋਲ ਆਉਂਦੇ ਹਾਂ, ਸੱਚੇ ਦਿਲੋਂ ਇਕਰਾਰ ਕਰਦੇ ਹਾਂ। ਇੱਦਾਂ ਨਹੀਂ ਕਰਦੇ ਦੇਖ ਲੈਂਦੇ ਅੱਜ ਕਰਕੇ, ਨੋ, ਅਸੀਂ ਸੱਚੀ ਚਾਹੁੰਦੇ ਹਾਂ ਤੇ ਉਹ ਮਾਫ ਕਰ ਦਿੰਦਾ ਹੈ। ਪਰ ਜੇ ਅਸੀਂ ਕਹਿੰਦੇ ਅਸੀਂ ਪਾਪ ਨਹੀਂ ਕੀਤਾ ਹੈਗਾ, 10ਵੀਂ ਆਇਤ ਦੇ ਵਿੱਚ ਸਾਨੂੰ ਦੱਸਦਾ ਵਰਸ 10 ਦੇ ਵਿੱਚ। ਹਾਂਜੀ, ਜੇ ਆਖੀਏ ਵੀ ਅਸੀਂ ਪਾਪ ਨਹੀਂ ਕੀਤਾ ਤਾਂ ਉਹਨੂੰ ਝੂਠਾ ਬਣਾਉਂਦੇ ਆ ਅਤੇ ਉਹਦਾ ਵਚਨ ਸਾਡੇ ਵਿੱਚ ਹੈ ਹੀ ਨਹੀਂ। ਆਮੀਨ। ਜੇ ਅਸੀਂ ਕਹਿੰਦੇ ਅਸੀਂ ਪਾਪ ਨਹੀਂ ਕੀਤਾ ਹੈਗਾ, ਫਿਰ ਅਸੀਂ ਪਰਮੇਸ਼ਰ ਨੂੰ ਝੂਠਾ ਬਣਾਉਂਦੇ ਆ। ਜਗਦੀਸ਼ ਨੂੰ ਨਹੀਂ, ਤੁਹਾਡੇ ਪਾਸਟਰ ਨੂੰ ਨਹੀਂ, ਜਾਂ ਹੋਰ ਕਿਸੇ ਨੂੰ ਨਹੀਂ, ਅਸੀਂ ਪਰਮੇਸ਼ਰ ਨੂੰ ਝੂਠਾ ਬਣਾਉਂਦੇ ਆ। ਫਿਰ ਉਹ ਕਹਿੰਦਾ ਮੇਰਾ ਬਚਨ ਹੀ ਤੁਹਾਡੇ ਵਿੱਚ ਹੈ ਨਹੀਂ। ਉਹਦੇ ਬਚਨ ਤੋਂ ਬਗੈਰ ਅਸੀਂ ਬਚ ਨਹੀਂ ਸਕਦੇ, ਉਹਦੇ ਸ਼ਬਦ ਤੋਂ ਬਗੈਰ ਅਸੀਂ ਬਚ ਨਹੀਂ ਸਕਦੇ ਹੈਗੇ। ਸੋ ਸਾਨੂੰ ਬਹੁਤ ਕਲੀਅਰਲੀ, ਬਹੁਤ ਈਜ਼ੀ ਤਰ੍ਹਾਂ ਦੱਸ ਰਿਹਾ ਆ, ਤੇ ਯਿਸੂ ਮਸੀਹ ਨੇ ਸਾਨੂੰ ਬਹੁਤ ਵਧੀਆ ਸਮਝਾਇਆ, ਬਹੁਤ ਵਧੀਆ ਸਾਡੇ ਵਾਸਤੇ ਕੰਮ ਕੀਤਾ, ਤੇ ਸਾਨੂੰ ਅੱਜ ਉਹਨੂੰ ਕਬੂਲ ਕਰਨਾ ਚਾਹੀਦਾ। ਫਿਰ ਸਾਡਾ ਹੱਕ ਬਣ ਜਾਂਦਾ ਉਹਦਾ ਨਾਮ ਵਰਤਣ। ਇੱਥੇ ਸਾਨੂੰ ਜੀਸਸ ਦੱਸਦਾ ਆ ਬਈ ਉਹਦਾ ਨਾਂ ਅਸੀਂ ਵਰਤ ਸਕਦੇ ਹਾਂ। ਸਾਨੂੰ ਹੱਕ ਦਿੰਦਾ ਆ ਨਾਮ ਵਰਤਣ ਨੂੰ, ਪਰ ਉਹਨਾਂ ਨੂੰ ਦਿੰਦਾ ਆ ਜਿਹਨੀ ਤੋਬਾ ਕੀਤੀ ਹੋਈ ਆ, ਪਾਪ ਦੀ ਕੰਧ ਚੱਕੀ ਗਈ ਆ, ਤੇ ਪਰਮੇਸ਼ਰ ਨੂੰ ਆਪਣੇ ਪਿਤਾ ਜੀ ਬਣਾ ਲਿਆ ਮੁੜ ਕੇ। ਫਿਰ ਸੋ ਯੂਹੰਨਾ ਦੀ ਕਿਤਾਬ ਬੁੱਕ ਆਫ ਜੌਨ ਚੈਪਟਰ 16 23 and 24 ਦੇ ਵਿੱਚ ਇਦਾਂ ਲਿਖਿਆ ਹੈ। ਹਾਂਜੀ, ਯੂਹੰਨਾ ਦਾ ਗੋਸਪਲ 16ਵੇਂ ਚੈਪਟਰ ਤੇ 22 ਤੇ। ਹਾਂਜੀ, ਸੋ ਹੁਣ ਤੁਸੀਂ ਉਦਾਸ ਹੋ, ਪਰ ਮੈਂ ਤੁਹਾਨੂੰ ਫੇਰ ਵੇਖਾਂਗਾ ਅਤੇ ਤੁਹਾਡਾ ਦਿਲ ਆਨੰਦ ਹੋਵੇਗਾ, ਔਰ ਤੁਹਾਡਾ ਆਨੰਦ ਤੁਹਾਤੋਂ ਕੋਈ ਨਹੀਂ ਖੋਵੇਗਾ, ਅਤੇ ਉਸ ਦਿਨ ਤੁਸੀਂ ਮੇਰੇ ਤੋਂ ਕੋਈ ਸਵਾਲ ਨਾ ਕਰੋਗੇ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੇ ਤੁਸੀਂ ਪਿਤਾ ਦੇ ਕੋਲੋਂ ਕੁਝ ਮੰਗੋ ਤਾਂ ਉਹ ਮੇਰੇ ਨਾਮ ਦੇ ਕਰਕੇ ਤੁਹਾਨੂੰ ਦੇਵੇਗਾ। ਆਮੀਨ। ਯਿਸੂ ਜਦੋਂ ਉਹ ਧਰਤੀ ਤੇ ਸੀ, ਯਿਸੂ ਮਸੀਹ, ਚੇਲੇ ਉਹਦੇ ਕੋਲ ਆਉਂਦੇ ਸੀ, ਕੋਈ ਵੀ ਲੋੜ ਹੁੰਦੀ ਸੀ। ਇੱਕ ਵਾਰੀ ਉਹ ਆਏ, ਉਹ ਕਹਿੰਦੇ ਜੀ ਆਪਣੇ ਕੋਲ ਰੋਟੀ ਹੈ ਨਹੀਂ। ਯਿਸੂ ਮਸੀਹ ਕਹਿੰਦਾ ਬਿਠਾ ਦਿਓ ਸਾਰਿਆਂ ਨੂੰ, ਤੇ ਉਹਨੇ 50 ਗਰੁੱਪ ਦੇ ਵਿੱਚ ਉਹਨਾਂ ਨੂੰ ਬਿਠਾ ਦਿੱਤਾ, ਤੇ ਜਿੰਨੀ ਉਹਨਾਂ ਕੋਲ 5 ਰੋਟੀਆਂ ਸੀਗੀਆਂ, 2 ਮੱਛੀਆਂ ਸੀ, ਉਹ ਯਿਸੂ ਮਸੀਹ ਦੇਤੀਆਂ, ਤੇ ਉਹਨੇ ਉੱਤੇ ਅਰਦਾਸ ਕਰਕੇ ਤੇ ਉਹ ਟੋਕਰੇ ਭਰ ਗਏ ਉਹਨਾਂ ਦੇ ਨਾਲ, ਤੇ ਉਹ ਸਾਰਿਆਂ ਨੂੰ ਖਿਲਾ ਸਕੇ। ਸੋ ਜਦੋਂ ਵੀ ਉਹਨਾਂ ਨੂੰ ਲੋੜ ਹੁੰਦੀ ਸੀ, ਇੱਕ ਵਾਰੀ ਉਹ ਬੇੜੀ ਦੇ ਵਿੱਚ ਸੀਗਾ, ਤੂਫਾਨ ਦੇ ਨਾਲ ਬੇੜੀ ਡੁੱਬਣ ਲੱਗੀ, ਪਰ ਯਿਸੂ ਮਸੀਹ ਸੁੱਤਾ ਆ, ਤੇ ਉਹਨੇ ਆ ਕੇ ਠਾਲਿਆ। ਪਰ ਕੀ ਹੋਇਆ, ਯਿਸੂ ਮਸੀਹ ਉੱਠਿਆ, ਤੇ ਉਹਨੇ ਜਿਹੜਾ ਤੂਫਾਨ ਸੀ ਉਹਨੂੰ ਝਿੜਕਿਆ, ਉਸੇ ਵੇਲੇ ਸਭ ਕੁਝ ਖਾਮ ਹੋ ਗਿਆ। ਜਦੋਂ ਉਹ ਧਰਤੀ ਦੇ ਵਿੱਚ ਸੀਗਾ, ਚੇਲੇ ਉਹਦੇ ਕੋਲ ਆਉਂਦੇ ਸੀ, ਜਿਹੜੀਆਂ ਉਹਨਾਂ ਦੀਆਂ ਲੋੜਾਂ ਸੀ ਉਹਦੇ ਕੋਲ ਆ ਕੇ ਮੰਗਦੇ ਸੀ, ਤੇ ਉਹ ਪੂਰੀਆਂ ਕਰ ਦਿੰਦਾ ਸੀ। ਹੁਣ ਉਹ ਕਹਿੰਦਾ ਹੁਣ ਤੁਸੀਂ ਮੇਰੇ ਕੋਲ ਨਹੀਂ ਆਉਣਾ ਹੈਗਾ, ਹੁਣ ਤੁਸੀਂ ਪਰਮੇਸ਼ਰ ਪਿਤਾ ਦੇ ਕੋਲ ਜਾਣਾ ਹੈ, ਪਰ ਮੇਰੇ ਨਾਂ ਦੇ ਵਿੱਚ ਮੰਗਣਾ ਹੈ। ਕਾਹਦੇ ਨਾਂ ਦੇ ਵਿੱਚ? ਕਰਕੇ ਜਦੋਂ ਸਾਡਾ ਉਹਦਾ ਰਿਸ਼ਤਾ ਉਹਦੇ ਨਾਲ ਬਣਿਆ ਆ, ਉਹ ਯਿਸੂ ਮਸੀਹ ਦੇ ਨਾਂ ਦੇ ਕਾਰਨ ਬਣਿਆ। ਜੋ ਕੁਝ ਯਿਸੂ ਮਸੀਹ ਨੇ ਸਾਡੇ ਵਾਸਤੇ ਕੀਤਾ ਆ, ਉਹਦੇ ਨਾਂ ਦੇ ਕਾਰਨ, ਉਹ ਜਿਹਦੇ ਕੰਮਾਂ ਦੇ ਕਾਰਨ ਸਾਡੇ ਪਾਪ ਚੱਕੇ ਗਏ ਆ। ਹੁਣ ਜਦੋਂ ਅਸੀਂ ਉਹ ਕੋਲ ਜਾਂਦੇ ਆ, ਏਦਾਂ ਲੱਗਦਾ ਜਿੱਦਾਂ ਜੀਸਸ ਮੰਗਦਾ ਹੁੰਦਾ ਹੈ। ਅਸੀਂ ਜੀਸਸ ਦੇ ਥਾਂ ਪਰਮੇਸ਼ਰ ਦੇ ਕੋਲ ਖੜੇ ਆ, ਸਾਡੇ ਪਾਪ ਮਾਫ ਹੋ ਗਏ, ਹੁਣ ਅਸੀਂ ਉਹਦੇ ਮੂਹਰੇ ਅਰਦਾਸ ਕਰ ਸਕਦੇ ਹਾਂ। ਸੋ ਇੱਥੇ ਯਿਸੂ ਮਸੀਹ ਸਾਨੂੰ ਦੱਸਦਾ ਹੈ, ਸੱਚੀ ਯਿਸੂ ਮਸੀਹ ਦੇ ਖੂਨ ਦੇ ਵਿੱਚ ਬਹੁਤ ਸ਼ਕਤੀ ਆ। ਜਿਹੜਾ ਉਹਨੇ ਖੂਨ ਕ੍ਰਾਸ ਉੱਤੇ ਵਹਾਇਆ ਸੀ, ਉਹਨੇ ਸਾਡੇ ਪਾਪ ਮਾਫ ਕਰ ਦਿੱਤੇ, ਪਰ ਇਕੱਲੇ ਪਾਪ ਨਹੀਂ ਮਾਫ ਕੀਤੇ ਹੈਗੇ, ਉਹਦਾ ਖੂਨ ਸਾਨੂੰ ਸ਼ੈਤਾਨ ਦੀਆਂ ਸ਼ਕਤੀਆਂ ਤੋਂ ਵੀ ਬਚਾ ਕੇ ਰੱਖਦਾ, ਬੈਰੀ ਦੇ ਹਥਿਆਰਾਂ ਤੋਂ ਵੀ ਬਚਾ ਕੇ ਰੱਖਦਾ ਹੈ। ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚੋਂ The Book of Revelation chapter 12 verse 11 ਦੇ ਵਿੱਚ ਪੜ੍ਹਦੇ ਹਾਂ, ਇੱਥੇ ਅਸੀਂ ਅਗਵਾਈ ਇੱਕ ਸੁਣ ਰਹੇ ਹਾਂ
ਕਿਹਦੀ ਅਗਵਾਈ ਸੁਣ ਰਹੇ? ਜਿਹੜੇ ਆਲਰੇਡੀ ਧਰਤੀ ਛੱਡ ਕੇ ਚਲ ਗਏ ਆ ਤੇ ਸਵਰਗਾਂ ਦੇ ਵਿੱਚ ਜਾ ਕੇ ਉਹ ਪਰਮੇਸ਼ਰ ਦੇ ਮੂਹਰੇ ਅਗਵਾਈ ਦਿੰਦੇ ਆ। ਉਹ ਕੁਛ ਦੱਸਦੇ ਆ ਜਿਹੜੇ ਸਾਨੂੰ ਸੁਣਨ ਦੀ ਜ਼ਰੂਰਤ ਆ। ਜਿਹੜਾ ਯਹੂਨਾ ਸੀਗਾ ਉਹ ਪੈਟਮਸ ਆਈਲੈਂਡ ਦੇ ਉੱਤੇ ਸੀਗਾ ਜਦੋਂ, ਤੇ ਪਰਮੇਸ਼ਰ ਨੇ ਉਹਨੂੰ ਦਿਖਾਇਆ ਤੇ ਉਹਦੇ ਵਿੱਚ ਉਹ ਦੇਖਦਾ ਆ ਜਿਹੜੇ ਆਲਰੇਡੀ ਮਰ ਚੁੱਕੇ ਸੀ, ਜਿਹੜੇ ਆਲਰੇਡੀ ਧਰਤੀ ਛੱਡ ਚੁੱਕੇ ਸੀਗੇ, ਤੇ ਉਹ ਉੱਥੇ ਜਾ ਕੇ ਅਗਵਾਈ ਦਿੰਦੇ ਆ। ਪਰਮੇਸ਼ਰ ਨੂੰ ਜਾ ਕੇ ਦੱਸਦੇ ਜੀ, ਸਵਰਗਾਂ ਦੇ ਮੂਹਰੇ ਸਾਰੀ ਅਗਵਾਈ ਦਿੰਦੇ, ਦੂਸਰੇ ਲੋਕਾਂ ਦੇ ਮੂਹਰੇ ਅਗਵਾਈ ਦਿੰਦੇ ਆ ਅਸੀਂ ਕਿੱਦਾਂ ਫਤਿਹ ਪਾਈ ਸੀ। ਆਪਾਂ ਵੀ ਦੇਖਣਾ ਚਾਹੁੰਦੇ ਕਿੱਦਾਂ ਉਹਨੇ ਫਤਿਹ ਪਾਈ ਸੀਗੀ, ਸਾਨੂੰ ਵੀ ਦੱਸੋ। ਓਕੇ, ਸੁਣਿਓ ਕੇਅਰਫੁਲੀ ਕਿੱਦਾਂ ਉਹਨੇ ਫਤਿਹ ਪਾਈ ਸੀ। ਹਾਂਜੀ, ਰੈਵਲੇਸ਼ਨ ਪ੍ਰਕਾਸ਼ ਦੀ ਪੋਥੀ 12ਵਾਂ ਚੈਪਟਰ ਤੇ 11ਵੀਂ ਆਇਤ ਵਿੱਚ ਇਦਾਂ ਲਿਖਿਆ, ਰੈਵਲੇਸ਼ਨ ਚੈਪਟਰ 12 ਵਰਸ 11, ਅਤੇ ਉਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਸਾਖੀ ਦੇ ਵਚਨ ਦੇ ਕਾਰਨ ਉਹਨੂੰ ਜਿੱਤ ਲਿਆ ਅਤੇ ਮਰਨ ਤੱਕ ਆਪਣੇ ਜਾਨ ਨੂੰ ਪਿਆਰਾ ਨਾ ਜਾਣਿਆ। ਓਕੇ, ਕਿੱਦਾਂ ਉਹਨੇ ਜਿੱਤਿਆ? And they overcame him by the blood of the Lamb and by the word of their testimony. ਕਿੱਦਾਂ? ਉਹਨੇ ਹਰ ਵੇਲੇ ਸ਼ੈਤਾਨ ਉੱਤੇ, ਬਿਮਾਰੀਆਂ ਦੇ ਉੱਤੇ, ਜਿਹੜੀਆਂ ਮੁਸੀਬਤਾਂ ਵਿੱਚ ਅਸੀਂ ਲੰਘਦੇ ਉੱਤੇ ਫਤਿਹ ਪਾਈ ਯਿਸੂ ਮਸੀਹ ਦੇ ਜਾਂ ਮੇਮਣੇ ਦੇ ਖੂਨ ਨਾਲ। ਯਿਸੂ ਮਸੀਹ ਦੇ ਖੂਨ ਨਾਲ ਉਹਨੂੰ ਮੇਮਣਾ ਸਾਦੇ ਸੀ, ਮੇਮਣੇ ਦੇ ਖੂਨ ਨਾਲ ਤੇ ਆਪਣੀ ਅਗਵਾਈ ਦੇ ਨਾਲ ਉੱਤੇ ਫਤਿਹ ਪਾਈ। ਮੌਤ ਤਿੱਕਰ ਵੀ ਉਹ ਡਰੇ ਨਹੀਂ। ਸੋ ਅਸੀਂ ਵੀ ਅੱਜ ਸ਼ੈਤਾਨ ਉੱਤੇ ਫਤਿਹ ਪਾ ਸਕਦੇ ਹਾਂ। ਮੈਨੂੰ ਚੇਤਾ ਜਦੋਂ ਪਰਮੇਸ਼ਰ ਨੇ ਮੈਨੂੰ ਬਚਨ ਦਿੱਤਾ ਸੀਗਾ, ਮੈਨੂੰ ਆਸਮਾ ਦੀ ਬਿਮਾਰੀ ਹੁੰਦੀ ਸੀ। ਹੁਣ ਆਪਣੇ ਕੋਲ ਟਾਈਮ ਹੈ ਨਹੀਂ ਉਹ ਸਾਰੀ ਦੱਸਣ ਨੂੰ, ਪਰ ਮੈਂ ਬਹੁਤ ਸਫਰ ਕਰਦਾ ਹੁੰਦਾ ਸੀ ਦਵਾਂ ਦੇ ਨਾਲ, ਐਜ਼ਮਾ ਦੇ ਨਾਲ। ਅਤੇ ਉਦੋਂ ਇਨਹੇਲਰ ਨਹੀਂ ਹੁੰਦੇ ਜਿੱਦਾਂ ਅੱਜ ਕੱਲ੍ਹ ਹੈਗੇ ਆ। ਅਤੇ ਮੈਂ ਰਾਤ ਨੂੰ ਬੈੱਡ ਉੱਤੇ ਬੈਠਾ ਸਾਹ ਲੈਂਦਾ ਹੁੰਦਾ ਸੀ ਅਤੇ ਖਿੱਚ ਕੇ ਇੱਦਾਂ ਲੱਗਦਾ ਹੁੰਦਾ ਸੀ ਹੁਣ ਮੇਰਾ ਨੈਕਸਟ ਸਾਹ ਆਉਣਾ ਨਹੀਂ ਹੈਗਾ, ਅਤੇ ਮੇਰੇ ਫੇਫੜੇ ਕਦੇ ਵੀ ਹਵਾ ਦੇ ਨਾਲ ਭਰਦੇ ਨਹੀਂ ਹੁੰਦੇ ਸੀ। ਅਤੇ ਮੈਂ 6 ਮਹੀਨੇ ਪ੍ਰਭੂ ਦੇ ਬਚਨ ਨੂੰ ਬੋਲਦਾ ਰਿਹਾ, ਕਰਕੇ ਉਸ ਜਵਾਨੀ 'ਚ ਮੈਨੂੰ ਪਤਾ ਨਹੀਂ ਸੀਗਾ ਇਹਦੇ ਵਿੱਚ ਸ਼ਕਤੀ ਆ। ਮੈਂ ਉੱਦਾਂ ਹੀ ਜਿੱਦਾਂ ਮੈਂ ਸੁਣਿਆ ਸੀ ਮੈਂ ਉੱਦਾਂ ਹੀ ਕਹਿ ਰਿਹਾ ਸੀ। ਅਤੇ ਇੱਕ ਦਿਨ ਮੈਂ ਇੱਦਾਂ ਹੀ ਬਚਨ ਕਹਿ ਰਿਹਾ ਹਾਂ, ਰਾਤ ਨੂੰ 12 ਵਜੇ ਸੀ, ਮੈਂ ਕੰਮ ਕਰ ਰਿਹਾ ਸੀ ਅਤੇ ਮੈਨੂੰ ਸਾਹ ਨਹੀਂ ਆਉਂਦਾ ਹੈਗਾ। ਅਤੇ ਉਦੋਂ ਮੈਨੂੰ ਉਹ ਬਚਨ ਆਇਆ ਸੀ। ਉਦੋਂ ਮੈਂ ਪੜ੍ਹਿਆ ਸੀ ਪਰ ਮੈਂ ਯਾਦ ਨਹੀਂ ਕੀਤਾ ਸੀ। ਅਤੇ ਇਹਦੇ ਵਿੱਚ ਕੀ ਲਿਖਿਆ? ਐਂਡ ਦੇ ਓਵਰਕੇਮ ਹਿਮ ਬਾਏ ਦ ਬਲੱਡ ਆਫ ਦ ਲੈਂਬ ਐਂਡ ਦ ਵਰਡ ਆਫ ਦੇਅਰ ਟੈਸਟੀਮਨੀ ਐਂਡ ਲਵ ਨਾਟ ਦੇਅਰ ਲਾਈਵਜ਼ ਈਵਨ ਅਨਟੂ ਡੈਥ। ਮੈਂ ਕਿਹਾ ਵੀ ਕਿਤੇ ਬਾਈਬਲ 'ਚ ਲਿਖਿਆ ਆ। ਅਤੇ ਮੈਂ ਉੱਥੇ ਆਪਣੇ ਹੱਥ ਪੂੰਝ ਕੇ ਬਾਈਬਲ ਉੱਥੇ ਮੈਂ ਲਾਗੇ ਰੱਖੀ ਹੁੰਦੀ ਸੀ, ਮੈਂ ਜਾ ਕੇ ਪੜ੍ਹ ਕੇ ਦੇਖਿਆ ਅਤੇ ਇੱਥੇ ਬੁੱਕ ਆਫ ਰੈਵਲੇਸ਼ਨ ਚੈਪਟਰ 12 ਵਰਸ 11 ਦੇ ਵਿੱਚ ਇੱਦਾਂ ਲਿਖਿਆ ਸੀ। ਫਿਰ ਮੈਂ ਇਹਨੂੰ ਮੁੜ ਕੇ ਫੇਰ ਕਿਹਾ, ਮੈਂ 5-6 ਵਾਰੀ ਕਿਹਾ ਅਤੇ ਮੁੜ ਕੇ ਪੜ੍ਹੀ ਜਾਣਾ, ਮੁੜ ਕੇ ਕਹੀ ਜਾਣਾ। ਕੀ ਹੋਇਆ? 3-4 ਮਿੰਟਾਂ ਦੇ ਵਿੱਚ, ਥੋੜ੍ਹੇ ਮਿੰਟਾਂ ਦੇ ਵਿੱਚ ਮੈਂ ਐਂ ਠੀਕ ਹੋ ਗਿਆ। ਕਰਕੇ ਹੁਣ ਮੈਨੂੰ 5-6 ਸਾਲ ਹੋ ਗਏ ਸੀਗੇ ਇਸ ਬਿਮਾਰੀ ਦੇ ਵਿੱਚ, ਅਤੇ ਮੈਨੂੰ ਯਕੀਨ ਨਹੀਂ ਆਉਂਦਾ ਹੈਗਾ ਵੀ ਮੇਰੇ ਫੇਫੜੇ ਹਵਾ ਨਾਲ ਭਰਨ ਲੱਗ ਪਏ। ਕਰਕੇ ਕਈ ਸਾਲਾਂ ਤੋਂ ਮੈਂ ਜਦੋਂ ਠੀਕ ਵੀ ਹੁੰਦਾ ਸੀ ਮੈਂ ਇੱਦਾਂ ਸਾਹ ਲੈਂਦਾ ਹੁੰਦਾ। ਹੁਣ ਮੇਰੇ ਫੇਫੜੇ ਐਨ ਭਰਦੇ ਆ ਅਤੇ ਮੈਂ ਜਾਂਦਾ ਅਤੇ ਮੈਨੂੰ 12 ਰਾਤ ਦੇ ਵਜੇ ਹੋਏ ਆ ਅਤੇ ਮੈਂ ਫੈਕਟਰੀ ਦੇ ਬਾਹਰ ਹਨੇਰਾ ਆ, ਪਰ ਮੈਂ ਬਾਹਰ ਉਸ ਟਾਈਮ ਦੇ ਵਿੱਚ ਨਵੰਬਰ ਦਾ ਮਹੀਨਾ ਸੀ, ਠੰਡ ਸੀ ਇੰਗਲੈਂਡ ਦੇ ਵਿੱਚ, ਅਤੇ ਮੈਂ ਬਾਹਰ ਤੁਰਿਆ ਫਿਰਦਾ ਹਾਂ ਅਤੇ ਸਾਹ ਹੀ ਲੈਣਾ ਫਿਰਦਾ ਆ, ਆਪਣੇ ਫੇਫੜੇ ਹਵਾ ਨਾਲ ਭਰਦਾ ਫਿਰਦਾ ਆ। ਜਿੰਨਾ ਚਿਰ ਅਸੀਂ ਇਹ ਚੀਜ਼ ਵਿੱਚ ਹੀ ਲੰਘਦੇ ਨਹੀਂ ਸਾਨੂੰ ਪਤਾ ਨਹੀਂ ਵੀ ਕਿੰਨੀ ਮੈਨੂੰ ਰਿਲੀਫ ਸੀਗੀ। ਪਰ ਕੀ ਮੈਨੂੰ ਕਿਹਨੇ ਫਤਿਹ ਦਿੱਤੀ? ਯਿਸੂ ਮਸੀਹ ਦੇ ਨਾਂ ਨੇ ਅਤੇ ਉਹਦੇ ਖੂਨ ਨੇ। ਉਹਦੇ ਖੂਨ ਦੇ ਨਾਲ ਅਸੀਂ ਫਤਿਹ ਪਾਉਂਦੇ ਹਾਂ। ਸੱਚੀ ਇਹਦੇ ਵਿੱਚ ਪਾਵਰ ਹੈ, ਇਹਦੇ ਵਿੱਚ ਸ਼ਕਤੀ ਆ ਜਦੋਂ ਅਸੀਂ ਇਹਨੂੰ ਵਰਤਣ ਲੱਗਦੇ ਹਾਂ। ਸੋ ਇੱਥੇ ਸਾਨੂੰ ਬਹੁਤ ਕਲੀਅਰਲੀ, ਬਹੁਤ ਸਾਫ਼ ਤਰ੍ਹਾਂ ਦੱਸ ਰਿਹਾ ਹੈ। ਆਪਣੇ ਕੋਲ ਸਾਰਾ ਪੜ੍ਹਨ ਨੂੰ ਟਾਈਮ ਨਹੀਂ ਹੈਗਾ, ਪਰ ਕੂਚ ਦੀ ਕਿਤਾਬ ਦੇ ਵਿੱਚ ਖੂਨ ਦੇ ਬਾਰੇ ਦੱਸਦੇ ਆ। ਜਦੋਂ ਵੀ ਤੁਹਾਡੇ ਐਕਸਡਸ ਅੰਗਰੇਜ਼ੀ ਵਿੱਚ ਸਾਡੇ ਦ ਬੁੱਕ ਆਫ ਐਕਸਡਸ ਚੈਪਟਰ 12 ਦੇ ਵਿੱਚ ਜਦੋਂ ਸਾਡੇ ਕੋਲ ਟਾਈਮ ਲੱਗੇ ਸਾਰਾ ਹੀ ਚੈਪਟਰ ਪੜ੍ਹਨਾ ਆ,
ਫਿਰ ਤੁਸੀਂ ਸਮਝ ਸਕਦੇ ਆ। ਪਰ ਆਪਣੇ ਕੋਲ ਅੱਜ 23 ਆਇਤ ਹੀ ਇਕੱਲਾ ਪੜ੍ਹਨ ਦੀ ਟਾਈਮ ਆ। ਸੋ ਸੁਰਿੰਦਰ ਆਪਾਂ ਨੂੰ 23 ਆਇਤ ਪੜ੍ਹ ਕੇ ਸੁਣਾਊਗੀ ਤੇ ਆਪਾਂ ਦੇਖਦੇ ਹਾਂ ਵੀ ਕਿੱਦਾਂ ਉਹਨੀ ਫਤਿਹ ਪਾਈ ਸੀਗੀ। ਇਹ ਐਕਸਡਸ ਅਤੇ ਉਹਦਾ ਚੈਪਟਰ 12 ਵਰਸ 23 ਆ। ਕੂਚ 12 ਤੇ ਉਹਦੀ 23ਵੀਂ ਆਇਤ ਮੈਂ ਪੜ੍ਹਦੀ ਹਾਂ। ਉੱਥੇ ਇੱਦਾਂ ਲਿਖਿਆ, ਕਿਉਂਕਿ ਯਹੋਵਾ ਮਿਸਰੀਆਂ ਦੇ ਮਾਰਨ ਲਈ ਲੰਘੇਗਾ, ਔਰ ਜਦ ਉਹ ਸੇਰੂ ਅਤੇ ਦੋਹਾਂ ਬਾਹੀਆਂ ਉੱਤੇ ਲਹੂ ਨੂੰ ਵੇਖੇਗਾ ਤਾਂ ਯਹੋਵਾ ਉਸ ਬੂਹੇ ਤੋਂ ਪਾਸਾ ਦੇ ਕੇ ਲੰਘ ਜਾਵੇਗਾ, ਔਰ ਨਾਸ਼ ਕਰਨ ਵਾਲੇ ਨੂੰ ਤੁਹਾਡੇ ਮਾਰਨ ਲਈ ਤੁਹਾਡਿਆਂ ਘਰਾਂ ਵਿੱਚ ਨਾ ਆਉਣ ਦੇਵੇਗਾ। ਆਮੀਨ। ਕੀ ਕਰੂਗਾ? ਨਾਸ਼ ਕਰਨ ਵਾਲੇ ਨੂੰ ਤੁਹਾਡੇ ਘਰਾਂ ਦੇ ਵਿੱਚ ਆਉਣ ਨਾ ਦੇਊਗਾ। ਬੇਸ਼ੱਕ ਉਹ ਜਿਹੜਾ ਘਰ ਆ, ਹੁਣ ਜਿਹੜਾ ਅੱਜ ਕੱਲ੍ਹ ਪਰਮੇਸ਼ਰ ਦਾ ਘਰ ਆ, ਉਹ ਸਾਡਾ ਸਰੀਰ ਆ, ਜਾਂ ਜਿੱਥੇ ਅਸੀਂ ਫਿਜ਼ੀਕਲੀ ਜਿਹੜੇ ਘਰ ਦੇ ਵਿੱਚ ਰਹਿ ਰਹੇ ਹਾਂ। ਬਹੁਤ ਲੋਕੀ ਟੈਲੀਫੋਨ ਕਰਦੇ ਆ, ਬਹੁਤ ਲੋਕੀ ਆਉਂਦੇ ਆ ਮਿਲਣ, ਉਹ ਦੱਸਦੇ ਸਾਡੇ ਘਰਾਂ ਦੇ ਵਿੱਚ ਦੁਰਸ਼ ਆਤਮਾ ਆ, ਪਲੀਜ਼ ਸਾਡੇ ਘਰ ਆ ਕੇ ਪ੍ਰੇ ਕਰ ਜਾਓ। ਪਰ ਇੱਥੇ ਅਸੀਂ ਦੇਖਦੇ ਹਾਂ, ਜਦੋਂ ਅਸੀਂ ਯਿਸੂ ਮਸੀਹ ਦਾ ਖੂਨ ਲਾਉਂਦੇ ਹਾਂ ਤੇ ਘਰ ਦੇ ਵਿੱਚ ਦੁਰਸ਼ ਆਤਮਾ, ਪਰਮੇਸ਼ਰ ਉਹਨੂੰ ਬਣਨ ਨਹੀਂ ਦਿੰਦਾ ਹੈਗਾ। He won't let him come। ਅਸੀਂ ਇੱਕੋ ਹੀ ਵਾਰੀ ਆਪਣੇ ਘਰ ਵਾਸਤੇ ਪ੍ਰੇ ਕੀਤੀ ਸੀ 1987 ਦੇ ਵਿੱਚ। ਸੇਮ ਘਰ ਦੇ ਵਿੱਚ ਰਹਿ ਰਹੇ ਹਾਂ, ਮੁੜ ਕੇ ਸਾਨੂੰ ਪ੍ਰੇ ਕਰਨ ਦੀ ਜ਼ਰੂਰਤ ਨਹੀਂ ਪਈ। ਕਾਹਤੇ? ਕਰਕੇ ਪਰਮੇਸ਼ਰ ਯਿਸੂ ਮਸੀਹ ਦਾ ਖੂਨ ਸਾਡੀ ਰਖਵਾਲੀ ਕਰਦਾ ਆ। ਇੱਥੇ ਅਸੀਂ ਦੇਖ ਰਹੇ ਹਾਂ, ਜੇ ਤੁਸੀਂ ਇਸ ਵੇਲੇ ਮੁਸੀਬਤ ਵਿੱਚ ਦੀ ਜਾ ਰਹੇ ਆ, ਤੁਸੀਂ ਯਿਸੂ ਮਸੀਹ ਦਾ ਖੂਨ ਲਾ ਸਕਦੇ ਆ ਤੇ ਤੁਸੀਂ ਛੁਟਕਾਰਾ ਪਾ ਸਕਦੇ ਆ। ਫਿਰ ਸਵਾਲ ਆਪਣੇ ਬਾਰੇ ਇਹੀ ਹੁੰਦਾ ਆ, ਕਿੱਦਾਂ ਖੂਨ ਲਾਈਦਾ ਆ? ਇਹ ਵੀ ਆਪਾਂ ਉਹਦੇ ਵਿੱਚੋਂ ਹੀ ਰੈਵਲੇਸ਼ਨ 12:11 ਦੇ ਵਿੱਚੋਂ ਪੜ੍ਹ ਕੇ ਹਟੇ ਆ। They overcame him by the blood of the Lamb and by the word of their testimony। ਸੋ ਜਿਹੜੇ ਪਿਛਲੇ ਜਮਾਨੇ ਸੀਗਾ, ਜਦੋਂ ਇੱਥੋਂ ਆਪਾਂ 12ਵੇਂ ਚੈਪਟਰ ਕੂਚ ਦੇ 12ਵੇਂ ਚੈਪਟਰ ਐਕਸਡਸ 12 ਦੇ ਵਿੱਚੋਂ ਪੜ੍ਹਦੇ ਹਾਂ, ਉਦੋਂ ਜਿਹੜਾ ਉਹਨੇ ਮੇਮਣਾ ਵੱਢ ਕੇ ਉਹਦਾ ਖੂਨ ਪਰਾਤ ਦੇ ਵਿੱਚ ਪਾ ਕੇ ਤੇ ਇੱਕ ਬੂਟਾ ਹੁੰਦਾ ਉਹਨੂੰ ਹਿਸਪ ਸਾਦੇ ਸੀ, ਉਹਨੂੰ ਉਹਦੇ ਵਿੱਚ ਭੇ ਕੇ ਤੇ ਉਹ ਚਕਾਠਾਂ ਦੇ ਉੱਤੇ ਲਾਉਂਦੇ ਸੀ, ਛਿੱਟੇ ਮਾਰਦੇ ਸੀ। ਪਰ ਅੱਜ ਕੱਲ੍ਹ ਉਹ ਨਹੀਂ ਆਪਾਂ ਕਰਦੇ ਹੈਗੇ। ਯਿਸੂ ਮਸੀਹ ਦਾ ਖੂਨ ਸਵਰਗਾਂ ਦੇ ਵਿੱਚ ਆ, ਪਰ ਉਹ ਕਿੱਦਾਂ ਲਾਵਾਂਗੇ ਅਸੀਂ? ਇੱਥੇ ਸਾਨੂੰ ਬਾਈਬਲ ਦੇ ਵਿੱਚੋਂ ਦੱਸਦੇ ਆ, ਆਪਣੇ ਬੋਲਣ ਦੇ ਨਾਲ। ਜਦੋਂ ਅਸੀਂ ਬੋਲਦੇ ਹਾਂ ਯਿਸੂ ਮਸੀਹ ਦਾ ਖੂਨ ਦੇ ਬਾਰੇ, ਅਸੀਂ ਅਗਵਾਈ ਦਿੰਦੇ ਹਾਂ, ਤੇ ਉਦੋਂ ਹੀ ਉਹ ਲੱਗ ਜਾਂਦਾ ਹੈ, ਸਾਨੂੰ ਪ੍ਰੋਟੈਕਟ ਕਰਦਾ। ਜਦੋਂ ਅਸੀਂ ਕਹਿਣ ਲੱਗ ਪੈਂਦੇ ਹਾਂ ਯਿਸੂ ਮਸੀਹ ਦਾ ਖੂਨ ਸਾਡੇ ਚਾਰ ਚੁਫੇਰੇ ਆ, ਯਿਸੂ ਮਸੀਹ ਦਾ ਖੂਨ ਸਾਡੇ ਘਰ ਦੇ ਚਾਰ ਚੁਫੇਰੇ ਆ, ਕੋਈ ਦੁਰਸ਼ ਆਤਮਾ, ਕੋਈ ਵੀ ਬੁਰੀ ਬਲਾ, ਕੋਈ ਬਿਮਾਰੀ, ਕੋਈ ਐਬ, ਕੋਈ ਕਮਜ਼ੋਰੀ ਸਾਡੇ ਘਰ ਵਿੱਚ ਆ ਨਹੀਂ ਸਕਦੀ। ਕਰਕੇ ਯਿਸੂ ਮਸੀਹ ਦਾ ਖੂਨ ਸਾਡੀ ਰਖਵਾਲੀ ਕਰਦਾ ਆ। ਕੀ ਹੋ ਜਾਂਦਾ? ਉਸੇ ਵੇਲੇ ਜਿਹੜਾ ਯਿਸੂ ਮਸੀਹ ਦਾ ਖੂਨ ਆ ਉਹ ਸਾਡੇ ਲੱਗਣ ਲੱਗ ਪੈਂਦਾ। ਪਰ ਇੱਥੇ ਮੈਂ ਵੀ ਦੱਸਦਾ ਹੁੰਦਾ, ਜੇ ਸਾਡੇ ਘਰ ਦੇ ਵਿੱਚ ਮੂਰਤੀ ਪੂਜਾ ਦੀਆਂ ਚੀਜ਼ਾਂ ਆ ਜਾਂ ਤਾਗੇ ਤਵੀਤ ਆ, ਫਿਰ ਸ਼ੈਤਾਨ ਦੇ ਕੋਲ ਹੱਕ ਹੈਗਾ ਆ, ਬੇਸ਼ੱਕ ਦੀ ਅਸੀਂ ਖੂਨ ਲਾਉਂਦੇ ਆ, ਫਿਰ ਸ਼ੈਤਾਨ ਦੇ ਕੋਲ ਹੱਕ ਹੈਗਾ ਆ ਸਾਡੇ ਘਰ ਦੇ ਅੰਦਰ ਵੜਨ ਨੂੰ। ਇੱਥੇ ਆਪਾਂ ਕੀ ਪੜ੍ਹਿਆ ਸੀ 23ਵੀਂ ਆਇਤ ਦੇ ਵਿੱਚ? ਉਹ ਉੱਥੇ ਲਿਖਿਆ ਸੀ ਪਰਮੇਸ਼ਰ ਫਿਰ ਉਹਨੂੰ ਬਣਨ ਨਾ ਦੇਊਗਾ। ਉਹ ਫਿਰ ਪਰਮੇਸ਼ਰ ਦੇ ਕੋਲ ਜਾਂਦਾ ਆ, ਉਹ ਕਹਿੰਦਾ ਜੀ ਤੁਹਾਡੇ ਬਚਨ ਦੇ ਵਿੱਚ ਲਿਖਿਆ ਤੁਸੀਂ ਮੂਰਤੀ ਪੂਜਾ ਨਹੀਂ ਕਰਨੀ ਹੈਗੀ, ਇਹਨਾਂ ਦੇ ਘਰ ਮੂਰਤੀ ਪੂਜਾ ਦੀਆਂ ਚੀਜ਼ਾਂ ਆ, ਮੈਨੂੰ ਹੱਕ ਦਿਓ ਮੈਂ ਇਹਨਾਂ ਦੇ ਘਰ ਜਾ ਕੇ ਨਾਸ਼ ਕਰ ਸਕਾਂ। ਕਰਕੇ ਪਰਮੇਸ਼ਰ ਸਹੀ ਪਰਮੇਸ਼ਰ ਆ, ਸਹੀ ਜੱਜਮੈਂਟ ਕਰਦਾ ਆ, ਉਹਨੂੰ ਦੇਣਾ ਪੈਂਦਾ ਹੈ। ਪਰਮੇਸ਼ਰ ਬਹੁਤ ਵਾਰੀ ਉਹ ਟਾਲਦਾ ਰਹਿੰਦਾ, ਉਹ ਕਹਿੰਦਾ ਨਹੀਂ ਹਲੇ ਨਿਆਣੇ, ਹਲੇ ਜਾਣਦੇ ਨਹੀਂ ਹੈਗੇ, ਮੈਂ ਉਹਨਾਂ ਨਾਲ ਗੱਲ ਕਰੂੰਗਾ, ਹਲੇ ਨਹੀਂ ਤੂੰ ਜਾ ਸਕਦਾ ਹੈਗਾ, ਤੇ ਉਹਨਾਂ ਨੂੰ ਜਾਣ ਨਹੀਂ ਦਿੰਦਾ ਹੈਗਾ। ਪਰ ਜਦੋਂ ਸਾਨੂੰ ਬਾਰ-ਬਾਰ ਦੱਸਦਾ ਇਸ ਚੀਜ਼ ਨੂੰ ਬਾਹਰ ਕੱਢ ਦਿਓ, ਇਸ ਚੀਜ਼ ਨੂੰ ਬਾਹਰ ਕੱਢ ਦਿਓ, ਅਸੀਂ ਕਹਿੰਦੇ ਇਹਦਾ ਕੀ ਫਰਕ ਹੈ, ਅਸੀਂ ਕਿਹੜੇ ਦੀ ਪੂਜਾ ਕਰਦੇ, ਸਾਡੇ ਘਰੇ ਪਈ ਆ। ਓਕੇ, ਪਰ ਕੀ ਹੋ ਜਾਂਦਾ? ਉਹ ਸਾਡੇ ਨਾਸ਼ ਕਰਨ ਵਾਲਾ ਅੰਦਰ ਵੜ ਸਕਦਾ ਹੈ। ਸੋ ਇੱਥੇ ਸਾਡੇ ਤੇ ਜ਼ਰੂਰਤ ਆ, ਅਸੀਂ ਆਪਣੇ ਘਰ ਨੂੰ ਸਾਫ਼ ਕਰਕੇ ਯਿਸੂ ਮਸੀਹ ਦਾ ਖੂਨ ਲਾਈਏ
ਤੇ ਉਹ ਮੁੜ ਕੇ ਅੰਦਰ ਨਾ ਵੜ ਸਕੇ, ਅਸੀਂ ਫਿਰ ਫਤਿਹਮੰਦ ਜੀਵਨ ਦੇ ਵਿੱਚ ਰਹੀਏ। ਸੋ ਆਪਣਾ ਟਾਈਮ ਲੰਘ ਗਿਆ ਆ, ਤੇ ਆਪਾਂ ਅਗਲੇ ਹਫ਼ਤੇ ਨੂੰ ਥੋੜ੍ਹਾ ਜਿਹਾ ਹੋਰ ਦੇਖਾਂਗੇ। ਪਰ ਅੱਜ ਆਪਾਂ ਇਹ ਦੇਖਿਆ ਆ ਬਈ ਯਿਸੂ ਮਸੀਹ ਦੇ ਨਾਂ ਤੇ ਉਹਦੇ ਖੂਨ ਦੇ ਵਿੱਚ ਕਿੰਨੀ ਸ਼ਕਤੀ ਆ। ਤੁਸੀਂ ਇਹ ਪ੍ਰੈਕਟੀਕਲੀ ਓਕੇ ਇਹ ਤੇ ਅਮਲ ਕਰਨਾ ਆ, ਇਹ ਵਰਤਣਾ ਆ। ਮੈਂ ਇੱਦਾਂ ਕਹਿੰਦਾ ਹੁੰਦਾ, ਇਹਨੂੰ ਵਰਤ ਕੇ ਦੇਖੋ। ਓਕੇ, ਜਦੋਂ ਅਸੀਂ ਇਹਨੂੰ ਵਰਤਣ ਲੱਗ ਪੈਂਦੇ ਹਾਂ, ਜੋ ਬਾਈਬਲ ਵਿੱਚ ਲਿਖਿਆ ਕਰਨ ਲੱਗ ਪੈਂਦੇ ਹਾਂ, ਉਹ ਪੂਰਾ ਹੋਣ ਲੱਗ ਪੈਂਦਾ। ਪਰਮੇਸ਼ਰ ਦਾ ਵਚਨ ਹਰ ਵੇਲੇ ਕਾਇਮ ਆ। ਜੋ ਪਰਮੇਸ਼ਰ ਨੇ ਲਿਖਿਆ ਹੋ ਕੇ ਹੀ ਰਹਿਣਾ ਹੈ, ਪਰ ਸਾਨੂੰ ਉਹ ਤੋਂ ਕੁਝ ਕਰਨਾ ਪੈਣਾ ਹੈ। ਸੋ ਇੱਥੇ ਕੀ ਕਰਨ, ਸਾਨੂੰ ਖੂਨ ਲਾਉਣਾ ਪੈਣਾ, ਅਗਵਾਈ ਦੇਣੀ ਪੈਣੀ ਹੈ, ਫਿਰ ਅਸੀਂ ਫਤਿਹ ਪਾ ਲੈਣੀ ਆ। ਸੋ ਆਪਾਂ 2 ਮਿੰਟ ਸੁਰਿੰਦਰ ਨੂੰ ਦਿੰਦੇ ਹਾਂ ਤੇ ਫਿਰ ਆਪਾਂ ਪ੍ਰੇ ਕਰਾਂਗੇ। ਇਹ ਗੱਲ ਬਹੁਤ ਸੱਚੀ ਆ ਕਿ ਯਿਸੂ ਮਸੀਹ ਦੇ ਨਾਂ ਦੇ ਵਿੱਚ ਬਹੁਤ ਸ਼ਕਤੀ ਆ, ਤੇ ਉਹ ਸ਼ਕਤੀ ਆਪਾਂ ਨੂੰ ਉਹਨੇ ਦਿੱਤੀ ਆ। ਜੇ ਯਿਸੂ ਮਸੀਹ ਦਾ ਨਾਂ ਸਾਡੇ ਕੋਲ ਆ ਤੇ ਫਿਰ ਉਹ ਸ਼ਕਤੀ ਵੀ ਉਹਦੇ ਵਿੱਚ ਸਾਡੇ ਕੋਲ ਆ ਜਾਂਦੀ ਹੈ, ਤੇ ਅਸੀਂ ਉਹਨੂੰ ਵਰਤ ਸਕਦੇ ਹਾਂ। ਪਰ ਇਹਦੇ ਵਿੱਚ ਸਾਡੇ ਕੋਲ ਹੰਕਾਰ ਨਹੀਂ ਹੈਗਾ ਹੋ ਸਕਦਾ, ਜਾਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਇੱਦਾਂ ਕਰ ਸਕਦਾ ਹੈ, ਮੇਰੇ ਕੋਲ ਇੰਨੀ ਸ਼ਕਤੀ ਆ ਗਈ ਹੈ, ਕਿਉਂਕਿ ਸ਼ਕਤੀ ਜਿਹੜੀ ਉਹ ਯਿਸੂ ਮਸੀਹ ਦੇ ਨਾਂ ਦੇ ਵਿੱਚ ਆ, ਤੇ ਅਸੀਂ ਉਹਨੂੰ ਜਦੋਂ ਵਰਤਦੇ ਹਾਂ ਫਿਰ ਅਸੀਂ ਉਹਨੂੰ ਦੇਖਦੇ ਹਾਂ। ਸੋ ਇਹ ਉਹਦੀ ਕਿਰਪਾ ਆ ਜੋ ਉਹਨੇ ਸਾਨੂੰ ਆਪਣਾ ਨਾਂ ਦੇ ਦਿੱਤਾ ਹੈ। That's right. ਜਿੱਦਾਂ ਸਾਡੇ ਪਿਤਾ ਦਾ ਜਿਸ ਫੈਮਿਲੀ ਦੇ ਵਿੱਚ ਅਸੀਂ ਜਨਮ ਲੈਂਦੇ ਹਾਂ, ਉਹਦੇ ਨਾਂ ਨਾਲ ਸਾਡੀ ਪਛਾਣ ਹੋ ਜਾਂਦੀ ਹੈ। ਉਹਦੇ ਨਾਂ ਦੇ ਨਾਲ ਅਸੀਂ ਉਸ ਜਾਇਦਾਦ ਦੇ ਹੱਕਦਾਰ ਬਣ ਜਾਂਦੇ ਹਾਂ। ਉਹਦੇ ਨਾਂ ਦੇ ਨਾਲ ਅਸੀਂ ਫਤਿਹ ਰਹਿਣ ਲੱਗ ਪੈਂਦੇ, ਚੰਗਾ ਜੀਵਨ ਰਹਿਣ ਲੱਗ ਪੈਂਦੇ। ਇਸੇ ਤਰ੍ਹਾਂ ਪਿਤਾ ਪਰਮੇਸ਼ਰ ਨੇ ਯਿਸੂ ਮਸੀਹ ਦਾ ਨਾਂ ਸਾਨੂੰ ਦੇ ਦਿੱਤਾ ਤਾਂ ਕਿ ਅਸੀਂ ਉਹਦੇ ਨਾਂ ਦੇ ਵਿੱਚ ਰਹਿ ਕੇ ਫਤਿਹ ਵਾਲਾ ਜੀਵਨ ਰਹਿ ਸਕੀਏ, ਚੰਗਾ ਜੀਵਨ ਰਹਿ ਸਕੀਏ, ਤੇ ਦੂਸਰਿਆਂ ਤੋਂ ਜਿਹੜਾ ਬੈਰੀ ਆ ਉਹ ਤੋਂ ਆਜ਼ਾਦ ਹੋ ਕੇ ਰਹਿ ਸਕੀਏ, ਤੇ ਪਿਆਰ ਵਾਲਾ ਜੀਵਨ ਰਹਿ ਸਕੀਏ। ਇਹ ਸਾਰਾ ਕੁਝ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੁਸੀਂ ਲੈ ਸਕਦੇ ਹੋ। ਪਿਆਰ, ਸ਼ਾਂਤੀ, ਸਭ ਕੁਝ। ਪਾਸਟਰ ਜੀ ਨੇ ਕਿਹਾ ਕਿ ਆਪਾਂ ਆਪਣੇ ਘਰ ਦੇ ਚੁਗਾਠਾਂ ਦੇ ਉੱਤੇ ਖੂਨ ਲਾਉਂਦੇ ਆਪਣੀ ਗਵਾਹੀ ਦੇ ਨਾਲ। ਇੱਦਾਂ ਹੀ ਲਿਖਿਆ ਹੈ ਕੂਚ ਦੇ ਵਿੱਚ। ਪਰ ਮੇਰੇ ਦਿਮਾਗ 'ਚ, ਮੇਰੇ ਦਿਲ ਦੇ ਵਿੱਚ ਇਹ ਵੀ ਗੱਲ ਆਉਂਦੀ ਆ ਕਿ ਜਿਹੜਾ ਉਹਦਾ ਸਰੀਰ, ਆਪਣਾ ਸਰੀਰ ਵਾ, ਉਹ ਯਿਸੂ ਮਸੀਹ ਕਹਿੰਦਾ ਮੇਰਾ ਮੰਦਰ ਵਾ, ਮੇਰਾ ਘਰ ਵਾ। ਆਮੀਨ। ਸੋ ਉਸ ਘਰ ਦੇ ਵਿੱਚ ਵੀ ਅਸੀਂ ਯਿਸੂ ਮਸੀਹ ਦੇ ਖੂਨ ਦੇ ਰਾਹੀਂ ਆਪਣੇ ਪਾਪਾਂ ਤੋਂ ਤੋਬਾ ਕਰ ਸਕਦੇ ਹਾਂ। ਆਮੀਨ। ਕਿਉਂਕਿ ਸਾਡੀ ਜਿਹੜੀ ਮਾਫੀ ਆ ਉਹੀ ਇੱਕ ਬੂਹਾ ਖੋਲ੍ਹਦੀ ਆ ਜਿਹਨੂੰ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਫਤਿਹ ਲੈ ਸਕਦੇ ਹਾਂ। ਜਦੋਂ ਅਸੀਂ ਉਹਦੇ ਕੋਲੋਂ ਮਾਫੀ ਮੰਗਦੇ ਹਾਂ, ਮਾਫੀ ਮੰਗਣ ਦੇ ਨਾਲ ਕੀ ਹੁੰਦਾ, ਸਾਡਾ ਅੰਦਰ ਜਿਹੜਾ ਉਹ ਸਾਫ਼ ਹੁੰਦਾ ਹੈ। ਆਮੀਨ। ਫਿਰ ਹੀ ਯਿਸੂ ਮਸੀਹ ਉੱਥੇ ਆ ਕੇ ਰਹਿ ਸਕਦੇ ਹਾਂ। ਆਮੀਨ। ਫਿਰ ਹੀ ਅਸੀਂ ਯਿਸੂ ਮਸੀਹ ਦੇ ਧੀਆਂ ਪੁੱਤ ਬਣ, ਪਿਤਾ ਪਰਮੇਸ਼ਰ ਦੇ ਨਾਲ ਸਾਡਾ ਟੁੱਟਾ ਰਿਸ਼ਤਾ ਜੁੜ ਸਕਦਾ। ਫਿਰ ਹੀ ਅਸੀਂ ਉਹਦੇ ਧੀਆਂ ਪੁੱਤਰ ਬਣ ਕੇ ਤੇ ਉਸ ਨਾਂ ਨੂੰ ਵਰਤ ਸਕਦੇ ਹਾਂ। ਆਮੀਨ। ਸੋ ਜ਼ਰੂਰਤ ਆ ਕਿ ਅਸੀਂ ਆਪਣੇ ਗੁਨਾਹਾਂ ਤੋਂ, ਆਪਣੇ ਪੁਰਾਣੇ ਜੀਵਨ ਤੋਂ ਮੁੜ ਕੇ ਯਿਸੂ ਮਸੀਹ ਵੱਲ ਨੂੰ ਆਈਏ ਤੇ ਆਪਣੇ ਪਾਪਾਂ ਦਾ ਇਕਰਾਰ ਕਰ ਲਈਏ ਤੇ ਆਪਣੇ ਅੰਦਰ ਦੀ ਸਫਾਈ ਕਰ ਲਈਏ। ਪਿਛਲੀ ਵੀਕ ਸਾਡੇ ਫ੍ਰੀਜ਼ਰ ਦੇ ਵਿੱਚ ਮੈਂ ਦੇਖਿਆ ਬਹੁਤ ਸਮੈਲ ਆਉਂਦੀ ਸੀਗੀ। ਮੈਂ ਸੋਚਦੀ ਸੀ ਵੀ ਸਾਰਾ ਸਾਫ਼ ਹੀ ਲੱਗਦਾ ਦੇਖਣ ਨੂੰ, ਸਮੈਲ ਫੇਰ ਵੀ ਆਉਂਦੀ ਸੀ। ਮੈਂ 1-2 ਚੀਜ਼ਾਂ ਵੀ ਦੇਖਿਆ, ਕੁਛ ਹੈ ਨਹੀਂ ਸੀ, ਕਰਕੇ ਕਰਾਊਡ ਹੀ ਨਹੀਂ ਸੀਗਾ, ਸਾਫ਼ ਸੁਥਰਾ ਸੀਗਾ, ਕੋਈ ਵੀ ਪ੍ਰੋਬਲਮ ਨਹੀਂ ਸੀਗੀ। ਪਰ ਜਦੋਂ ਮੈਂ ਸਵੇਰ ਨੂੰ ਉੱਠੀ, ਮੈਂ ਪਾਸਟਰ ਜੀ ਨੂੰ ਵੀ ਕਿਹਾ ਤੁਸੀਂ ਫ੍ਰਿਜ ਦੀ ਡੋਰ ਖੋਲ੍ਹ ਕੇ ਦੇਖੋ ਵੀ ਇਹਦੇ ਵਿੱਚੋਂ ਸਮੈਲ ਆਉਂਦੀ ਹੈ। ਕਹਿੰਦੇ ਨਹੀਂ, ਮੈਨੂੰ ਨਹੀਂ ਆਉਂਦੀ। ਪਰ ਮੈਂ ਜਦੋਂ ਸਵੇਰ ਨੂੰ ਫੇਰ ਖੋਲ੍ਹ ਕੇ ਦੇਖਿਆ ਤਾਂ ਮੈਨੂੰ ਫੇਰ ਵੀ ਸਮੈਲ ਆਉਂਦੀ ਸੀ। ਤੇ ਫਿਰ ਮੈਂ ਦੇਖੀਆਂ, ਕੱਲੀ ਚੀਜ਼ ਕਰਕੇ ਦੇਖੀ, ਫਿਰ ਵੀ ਹਾਲੇ ਸਮੈਲ ਆਉਂਦੀ ਸੀ, ਪਰ ਚੀਜ਼ਾਂ ਸਾਰੀਆਂ ਠੀਕ ਹੀ ਸੀ। ਕਈ ਵਾਰੀ ਸਾਡਾ ਜੀਵਨ ਬਾਹਰੋਂ ਦੇਖਣ ਨੂੰ ਸਾਫ਼ ਹੀ ਲੱਗਦਾ ਹੁੰਦਾ ਹੈ, ਪਰ ਇੱਕ ਚੀਜ਼ ਅੰਦਰ ਸੀਗੀ, ਦੁੱਧ ਡੁੱਲ ਗਿਆ ਸੀਗਾ ਕਿਤੇ, ਸੀਕ੍ਰੇਟਲੀ ਢੱਕਣ ਖੁੱਲ੍ਹਾ ਰਹਿ ਗਿਆ ਤੇ ਉਹ ਜੰਮ ਗਿਆ, ਤੇ ਉਸ ਦੁੱਧ ਨੇ ਉੱਥੇ ਸਮੈਲ ਲੈ ਆਂਦੀ। ਕੋਈ ਨਿੱਕੀ ਜਿਹੀ ਚੀਜ਼ ਗੁਆਚੀ ਹੋਈ ਸਾਡੇ ਜੀਵਨ ਦੇ ਵਿੱਚ ਹੋ ਸਕਦੀ ਹੈ, ਜਿਹਦੇ ਨਾਲ ਸਮੈਲ ਆ ਸਕਦੀ ਹੈ, ਜਿਹਦੇ ਨਾਲ ਪਿਤਾ ਪਰਮੇਸ਼ਰ ਬਾਰ-ਬਾਰ ਸਾਨੂੰ ਕਹਿੰਦਾ ਸਾਫ਼ ਕਰ ਲਓ, ਸਾਫ਼ ਕਰ ਲਓ।
ਤੇ ਆਪਾਂ ਉਹਦੀ ਸਫਾਈ ਕਰਨੀ ਜ਼ਰੂਰਤ ਵਾ। ਉਹ ਛੋਟੀ ਨਹੀਂ, ਉਹ ਇੰਨੀ ਸਮੈਲ ਆ ਸਕਦੀ ਆ ਕਿ ਸਾਡੇ ਜਿਹੜੇ ਨਾਲ ਦੇ ਲੋਕ ਆ ਉਹਨਾਂ ਨੂੰ ਵੀ ਔਖਾ ਕਰ ਸਕਦੀ ਆ। ਆਮੇਨ। ਸੋ ਜੋ ਵੀ ਅੱਜ ਪਵਿੱਤਰ ਆਤਮਾ ਜੀ ਕਹਿੰਦੇ ਆ, ਆਪਣੇ ਕੋਲ ਬਹੁਤ ਸੌਖਾ ਟਾਈਮ ਆ ਕਿ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮਾਫੀ ਮੰਗ ਲਈਏ ਤੇ ਆਪਣੇ ਅੰਦਰ ਦੀ ਸਫਾਈ ਕਰ ਲਈਏ। ਉਹਦੇ ਵਿੱਚ ਤੁਹਾਡੀ ਕੋਈ ਖਰਚ ਨਹੀਂ ਆਉਣਾ, ਪਰ ਉਹ ਸਮੈਲ ਉੱਥੋਂ ਚੱਲ ਜਾਣੀ ਆ। ਨਹੀਂ ਤਾਂ ਉਹ ਸਮੈਲ ਦੇ ਨਾਲ ਜਿਹੜੇ ਲਾਗੇ ਲੋਕੀ ਬੈਠੇ ਹੋਣੇ ਆ, ਜਿਹੜੇ ਤੁਹਾਡੇ ਨਾਲ ਰਹਿੰਦੇ ਹੋਣੇ, ਉਹਨੇ ਵੀ ਕਈ ਵਾਰੀ ਤੰਗ ਆ ਜਾਣਾ ਹੈ। ਤੇ ਵੈਰੀ ਨੂੰ ਇੱਕ ਜਗ੍ਹਾ ਮਿਲ ਜਾਂਦੀ ਹੈ ਰਹਿਣ ਨੂੰ। ਮੱਖੀਆਂ ਮੱਛਰ ਕਿੱਥੇ ਆਉਂਦੇ ਆ? ਜਿੱਥੇ ਗੰਦ ਹੁੰਦਾ ਹੈ। ਆਮੇਨ। ਸੋ ਆਪਾਂ ਵੈਰੀ ਨੂੰ ਅੰਦਰ ਨਹੀਂ ਆਉਣ ਦੇਣਾ, ਪਰ ਉਹਦੀ ਸਫਾਈ ਕਰ ਲੈਣੀ ਆ। ਆਹ ਜਿਹੜਾ ਆਪਣਾ ਸਰੀਰ ਵਾ, ਉਹ ਕਹਿੰਦਾ ਜਿਹੜਾ ਸਰੀਰ ਵਾ ਇਹ ਮੇਰਾ ਮੰਦਰ ਵਾ, ਮੈਂ ਇਹਦੇ ਅੰਦਰ ਆ ਕੇ ਰਹਿਣਾ ਆ। ਤਾਂ ਉਹ ਸਾਫ਼ ਜਗ੍ਹਾ 'ਚ ਹੀ ਰਹਿ ਸਕਦਾ ਆ, ਤੇ ਉਹ ਸਾਫ਼ ਸਿਰਫ ਯਿਸੂ ਮਸੀਹ ਦੇ ਖੂਨ ਦੇ ਰਾਹੀਂ ਹੋ ਸਕਦਾ ਹੈ। ਤੇ ਕਈ ਵਾਰੀ ਅਸੀਂ ਸਾਫ਼ ਤਾਂ ਕੀਤਾ ਹੁੰਦਾ ਆ, ਪਰ ਫਿਰ ਵੀ ਕਿਤੇ ਜੇ ਕੁਛ ਆ ਜਾਵੇ ਤਾਂ ਸਾਨੂੰ ਉਹਦੀ ਮੁੜ ਕੇ ਵੀ ਮਾਫੀ ਮੰਗਣ ਦੀ ਲੋੜ ਪੈਂਦੀ ਹੈ। ਆਮੇਨ। ਸੋ ਅੱਜ ਆਪਾਂ ਯਿਸੂ ਮਸੀਹ ਦੇ ਖੂਨ ਦੇ ਰਾਹੀਂ ਫਤਿਹ ਵਾਲਾ ਜੀਵਨ ਫੇਰ ਕੀ ਸ਼ੁਰੂ ਕਰ ਸਕਦੇ ਹਾਂ। ਜੇ ਕੋਈ ਵੀ ਸਾਡੇ ਵਿੱਚ ਕਮੀ ਆ ਤੇ ਅਸੀਂ ਮਾਫੀ ਮੰਗ ਸਕਦੇ ਹਾਂ। ਆਮੇਨ। ਜੇ ਤੁਸੀਂ ਅੱਜ ਮਾਫੀ ਮੰਗਣੀ ਚਾਹੁੰਦੇ ਹੋ, ਮੈਂ ਤੁਹਾਡੇ ਵਾਸਤੇ ਪ੍ਰੇ ਕਰਦਾ। ਤੁਸੀਂ ਅੱਜ ਪਰਮੇਸ਼ਰ ਦੇ ਕੋਲ ਆ ਸਕਦੇ, ਆਪਣਾ ਜੀਵਨ ਖੋਲ ਸਕਦੇ ਆ, ਤੇ ਤੁਸੀਂ ਯਿਸੂ ਮਸੀਹ ਤੇ ਦੁਹਾਈ ਦੇ ਸਕਦੇ ਆ, ਤੇ ਉਹ ਤੁਹਾਡੇ ਕੋਲ ਆ ਜਾਣਾ। ਆਮੇਨ। ਉਹਨੇ ਤੁਹਾਡੇ ਪਾਪ ਮਾਫ ਕਰ ਦੇਣੇ ਆ। ਬਾਈਬਲ ਦੇ ਵਿੱਚ ਲਿਖਿਆ ਆ, ਰੋਮੀਓ ਦੀ ਕਿਤਾਬ ਦੇ ਵਿੱਚ ਉਹਦਾ 10ਵਾਂ ਚੈਪਟਰ 13ਵੀਂ ਆਇਤ ਦੇ ਵਿੱਚ, whoever calls on the name of the Lord shall be saved। ਜਿਹੜਾ ਵੀ ਯਿਸੂ ਮਸੀਹ ਦੇ ਨਾਂ ਉੱਤੇ ਦੁਹਾਈ ਦੇਊਗਾ ਉਹ ਬਚਾਇਆ ਜਾਊਗਾ। ਤੁਸੀਂ ਅੱਜ ਉੱਤੇ ਨਾਂ ਤੇ ਦੁਹਾਈ ਦੇ ਸਕਦੇ ਆ। ਆ ਜਾਓ ਆਪਾਂ ਪ੍ਰੇ ਕਰੀਏ। ਥੈਂਕ ਯੂ ਫਾਦਰ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਮੈਂ ਇਸ ਵੇਲੇ ਆਪਣੇ ਭੈਣ ਭਰਾਵਾਂ ਨੂੰ ਤੁਹਾਡੇ ਕੋਲ ਲਿਫਟ ਅਪ ਕਰਦਾ ਸਵਰਗ ਪਿਤਾ, ਜਿਨ੍ਹਾਂ ਦੇ ਦਿਲ ਨੂੰ ਤੁਸੀਂ ਟੱਚ ਕੀਤਾ, ਤੇ ਜਿਹੜੇ ਸਵਰਗ ਪਿਤਾ ਅੱਜ ਤੁਹਾਡੇ ਕੋਲ ਆਉਣਾ ਚਾਹੁੰਦੇ ਆ, ਤਾਂ ਸਵਰਗ ਪਿਤਾ ਤੁਸੀਂ ਉਹਨਾਂ ਨੂੰ ਕਬੂਲ ਕਰ ਲਓ, ਉਹਨਾਂ ਦੇ ਪਾਪ ਮਾਫ ਕਰ ਦਿਓ, ਤੇ ਸਵਰਗ ਪਿਤਾ ਆਪਣਾ ਉਹਨਾਂ ਦਾ ਰਾਸਤਾ ਤੁਸੀਂ ਖੋਲ੍ਹ ਦਿਓ, ਪਰਮੇਸ਼ਰ ਦੇ ਨਾਲ ਉਹ ਰਸਤਾ ਰੱਖ ਸਕਣ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਉਹਨਾਂ ਨੂੰ ਹੱਕ ਦਿਓ ਸਵਰਗ ਪਿਤਾ, ਉਹ ਤੁਹਾਡਾ ਨਾਂ, ਯਿਸੂ ਮਸੀਹ ਦਾ ਨਾਂ ਨੂੰ ਆਪਣੇ ਜੀਵਨ ਦੇ ਵਿੱਚ ਵਰਤ ਸਕਣ, ਯਿਸੂ ਮਸੀਹ ਦੇ ਖੂਨ ਨੂੰ ਉਹ ਲਾ ਸਕਣ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਂ ਦੇ ਵਿੱਚ ਕਰਦੇ ਹਾਂ। ਆਮੇਨ। ਤਾਂ ਸਵਰਗ ਪਿਤਾ, ਜਿੱਦਾਂ ਤੁਸੀਂ ਮੈਨੂੰ ਠੀਕ ਕੀਤਾ ਜਦੋਂ ਮੈਂ ਬਿਮਾਰ ਸੀਗਾ, ਮੈਂ ਉਹਨਾਂ ਵਾਸਤੇ ਪ੍ਰੇ ਕਰਦਾ ਸਵਰਗ ਪਿਤਾ, ਯਿਸੂ ਮਸੀਹ ਦੇ ਨਾਂ ਦੇ ਵਿੱਚ ਮੈਂ ਮੰਗਦਾ ਸਵਰਗ ਪਿਤਾ, ਜਿੰਨੇ ਵੀ ਇਸ ਵੇਲੇ ਕੈਂਸਰ ਦੇ ਨਾਲ, ਦਿਲ ਦੀਆਂ ਬਿਮਾਰੀਆਂ ਦੇ ਨਾਲ, ਖੂਨ ਦੀ ਬਿਮਾਰੀਆਂ ਦੇ ਨਾਲ, ਜਿਨ੍ਹਾਂ ਦੇ ਲਿਵਰ ਚੱਲ ਗਏ ਜਾਂ ਕਿਡਨੀਜ਼ ਖਰਾਬ ਹੋਈਆਂ, ਜਾਂ ਜਿਨ੍ਹਾਂ ਦੀਆਂ ਲੱਤਾਂ ਨਹੀਂ ਕੰਮ ਕਰਦੀਆਂ, ਜਾਂ ਪੈਰ ਜਾਂ ਹੱਥ ਜਾਂ ਬਾਹਾਂ ਨਹੀਂ ਕੰਮ ਕਰਦੀਆਂ ਹੈਗੀਆਂ, ਜਾਂ ਅੱਖਾਂ, ਜਾਂ ਸਵਰਗ ਪਿਤਾ ਹੋਰ ਕੋਈ ਸਰੀਰ ਦੇ ਵਿੱਚ ਇਸ ਵੇਲੇ ਪ੍ਰੋਬਲਮ ਆ, ਮੈਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਹੁਕਮ ਦਿੰਦਾ, ਐਸੇ ਵੇਲੇ ਸਵਰਗ ਪਿਤਾ ਉਹ ਠੀਕ ਹੋਣ ਲੱਗ ਪੈਣ, ਐਸੇ ਵੇਲੇ ਸ਼ਿਫਾ ਆ ਜਾਵੇ, ਐਸੇ ਵੇਲੇ ਸਵਰਗ ਪਿਤਾ ਉਹ ਤੁਹਾਡੇ ਕੋਲੋਂ ਠੀਕ ਹੋ ਜਾਣ। ਯਿਸੂ ਮਸੀਹ ਦੇ ਮਾਰ ਖਾਣ ਨਾਲ ਨੋਏ ਕੀਤੇ ਗਏ ਆ। ਇਨ ਦ ਨੇਮ ਆਫ ਜੀਸਸ, ਯਿਸੂ ਮਸੀਹ ਦੇ ਨਾਂ ਦੇ ਵਿੱਚ ਅਸੀਂ ਤੁਹਾਡਾ ਧੰਨਵਾਦ ਤੇ ਤੁਹਾਡੀ ਵਡਿਆਈ ਕਰਦੇ ਹਾਂ। ਯਿਸੂ ਮਸੀਹ ਦੇ ਨਾਂ ਦੇ ਵਿੱਚ ਅਸੀਂ ਫਤਿਹ ਪਾਉਂਦੇ ਹਾਂ। ਯਿਸੂ ਮਸੀਹ ਦੇ ਨਾਂ ਦੇ ਵਿੱਚ ਦੁਰਸ਼ ਆਤਮਾ ਨੂੰ ਨੱਠਣਾ ਪੈਂਦਾ। ਜਿੰਨੇ ਵੀ ਡਿਪਰੈਸ਼ਨ ਓਪਰੇਸ਼ਨ ਦੇ ਥੱਲੇ ਆ, ਮੈਂ ਯਿਸੂ ਮਸੀਹ ਨਾਲ ਹੁਕਮ ਦਿੰਦਾ, ਜਿਹੜੇ ਭੂਤ ਉਹਨਾਂ ਨੂੰ ਤੰਗ ਕਰਦੇ ਆ, ਮੈਂ ਯਿਸੂ ਮਸੀਹ 'ਚ ਹੁਕਮ ਦਿੰਦਾ, ਐਸੇ ਵੇਲੇ ਛੱਡ ਕੇ ਚੱਲ ਜਾਓ। ਐਸੇ ਵੇਲੇ ਪਰਮੇਸ਼ਰ ਦੇ ਲੋਕਾਂ ਨੂੰ ਤੁਸੀਂ, ਤੁਹਾਡੀ ਸ਼ਕਤੀ ਟੁੱਟ ਗਈ ਉਹਨਾਂ ਉੱਤੋਂ, ਤੇ ਤੁਹਾਡਾ ਅਸਾਈਨਮੈਂਟ ਫਿਨਿਸ਼ ਹੋ ਗਿਆ, ਤੇ ਤੁਹਾਨੂੰ ਜਾਣਾ ਪੈਣਾ ਆ। ਇਨ ਜੀਸਸ ਨੇਮ, ਆਮੇਨ। ਆਮੇਨ। ਪ੍ਰਾਈਜ਼ ਦ ਲਾਰਡ। ਆਪਣੇ ਕੋਲ ਬਹੁਤ ਵੱਡਾ ਨਾਂ ਆ ਜਿਹਦੇ ਨਾਲ ਆਪਾਂ ਫਤਿਹ ਵਾਲਾ ਜੀਵਨ ਰਹਿ ਸਕਦੇ ਹਾਂ। ਕਮਜ਼ੋਰੀਆਂ ਹੁੰਦੇ ਹੋਏ ਵੀ ਆਪਾਂ ਫਿਰ ਉਹਦੇ ਵੱਲ ਨੂੰ ਮੁੜ ਸਕਦੇ ਹਾਂ, ਤੇ ਉਹ ਸਾਨੂੰ ਮਾਫ ਕਰਨ ਨੂੰ ਤਿਆਰ ਹੋ। ਆਮੇਨ। ਪਰ ਉਹਦੇ ਵੱਲ ਨੂੰ ਮੁੜਨਾ ਪੈਣਾ ਹੈ, ਤਾਂ ਕਿ ਅਸੀਂ ਇਸ ਜੀਵਨ ਦੇ ਵਿੱਚ ਸੁੱਖ ਦਾ ਜੀਵਨ ਲੈ ਸਕੀਏ। ਤੇ ਜਿੱਦਾਂ ਆਪਾਂ ਕਹਿੰਦੇ ਹੁੰਦੇ ਆ, ਆਪਾਂ ਫਿਰ ਸੰਡੇ ਨੂੰ 3:30 ਵਜੇ, ਤੇ ਆਉਣ ਵਾਲੇ ਹਫਤੇ ਫਰਾਈਡੇ ਨੂੰ ਫਿਰ 3:30 ਵਜੇ ਮਿਲਾਂਗੇ, ਜੇ ਯਿਸੂ ਮਸੀਹ ਜੀ ਨਾ ਆਏ। ਪਰ ਉਹਦੇ ਆਉਣ ਦੀ ਆਪਾਂ ਉਡੀਕ ਦੇ ਵਿੱਚ ਰਹਿਣਾ। ਜਦੋਂ ਅਸੀਂ ਉਡੀਕ ਦੇ ਵਿੱਚ ਹੁੰਦੇ ਹਾਂ, ਫਿਰ ਅਸੀਂ ਤਿਆਰੀ ਵਿੱਚ ਹੁੰਦੇ ਹਾਂ, ਆਪਣੇ ਆਪ ਦੀ ਤਿਆਰੀ ਕਰਦੇ ਹਾਂ। ਕਈ ਵਾਰੀ ਲਾਪਰਵਾਹੀ ਹੁੰਦੀ ਆ, ਘਰ 'ਚ ਲੇਜ਼ੀ ਹੋ ਕੇ ਬੈਠੇ ਹੁੰਦੇ ਹਾਂ,
ਤੇ ਪ੍ਰਾਹੁਣੇ ਆ ਕੇ ਡੋਰ ਕਰ ਦਿੰਦੇ ਤੇ ਕਹਿੰਦੇ ਮੈਂ ਤਾਂ ਵਾਲ ਵੀ ਨਹੀਂ ਪਾਏ ਹਾਲੇ, ਜਾਂ ਮੈਂ ਤਾਂ ਘਰ ਸਾਫ਼ ਹੀ ਨਹੀਂ ਕੀਤਾ। ਕਾਹਤੇ ਕਰਕੇ ਲਾਪਰਵਾਹ ਸੀਗੇ, ਥੋੜ੍ਹੇ ਲੇਜ਼ੀ ਸੀਗੇ। ਆਪਾਂ ਲੇਜ਼ੀ ਨਹੀਂ ਹੋਣਾ ਸਪਿਰਿਚੁਅਲ ਲਾਈਫ ਦੇ ਵਿੱਚ। ਆਪਾਂ ਆਪਣੇ ਆਪ ਨੂੰ ਤਿਆਰ ਕਰਕੇ ਪ੍ਰਭੂ ਨੂੰ ਮਿਲਣ ਲਈ ਤਿਆਰ ਰਹਿਣਾ ਹੈ। That's right. ਸੋ ਉਦੋਂ ਤੱਕ ਲਈ ਆਪਾਂ ਪ੍ਰਭੂ ਦੀ ਵਡਿਆਈ ਕਰਦੇ ਹਾਂ। ਤੁਸੀਂ ਬਲੈਸ ਹੋਵੋ ਤੇ ਦੂਜਿਆਂ ਨੂੰ ਬਲੈਸ ਕਰਦੇ ਰਹੋ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ। Amen. Praise the Lord. Hallelujah.